ਪੁਨ ਸੀਸਾ ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਵਈਆ ਛੰਦ। ਇਤਨੇ ਮਹਿ ਦਿੱਲੀ ਤੇ ਸੰਗਤ। ਪਠਿਓ ਦੂਤ ਆਇਓ ਬਹੁ ਚਾਲ। ਸ੍ਰੀ ਅਰਜਨ ਕੇ ਨਿਕਟ ਪਹੁੰਚਿਓ। ਹਾਥ ਜੋੜ ਕਰ ਨਮਰੀ ਭਾਲ। ਇਤਨੇ ਮਹਿ ਦਿੱਲੀ ਤੇ ਸੰਗਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਜੀ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ ਪ੍ਰਤੱਖ ਹਰ। ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਨੇ। ਬੇਅੰਤੀ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰਿਆਂ ਵਾਸਤੇ ਚੱਲ ਕੇ ਆਉਂਦੀਆਂ ਨੇ। ਕੀਮਤੀ ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਣ ਕਰਦੀਆਂ ਨੇ। ਗੁਰੂ ਸਾਹਿਬ ਜੀ ਦਾ ਉੱਤਮ ਉਪਦੇਸ਼ ਸੁਣ ਕੇ ਉਸ ਉਪਦੇਸ਼ ਨੂੰ ਜੀਵਨ ਵਿੱਚ ਕਮਾ ਕੇ ਇਹ ਜੀਵਨ ਨੂੰ ਸਫਲਾ ਕਰਦੀਆਂ ਹਨ। ਸਤਿਗੁਰੂ ਜੀ ਦੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ, ਇਹਨਾਂ ਦੇ ਨਾਲ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹੈ ਚੰਦੂ। ਉਸ ਨੇ ਆਪਣੀ ਧੀ ਦਾ ਰਿਸ਼ਤਾ ਕਰਾਉਣ ਵਾਸਤੇ ਬ੍ਰਾਹਮਣ ਅਤੇ ਲਾਗੀ ਭੇਜੇ ਹਨ। ਗੁਰੂ ਘਰ ਦਾ ਮਹਾਨ ਪ੍ਰਤਾਪ ਦੇਖ ਕੇ ਉਹ ਬ੍ਰਾਹਮਣ ਲਾਗੀ ਬੜੇ ਪ੍ਰਸੰਨ ਹੋਏ ਸਨ ਅਤੇ ਵਾਪਸ ਦਿੱਲੀ ਜਾ ਕੇ ਚੰਦੂ ਨੂੰ ਦੱਸਿਆ ਕਿ ਅਸੀਂ ਤੇਰੀ ਧੀ ਦਾ ਰਿਸ਼ਤਾ ਸੋਢ ਵੰਸ਼ ਵਿੱਚ ਗੁਰੂ ਅਰਜਨ ਦੇਵ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ 'ਤੇ ਬਿਰਾਜਮਾਨ ਨੇ, ਜਿਨ੍ਹਾਂ ਦੇ ਗ੍ਰਹਿ ਬਹੁਤਾ ਧਨ ਆਉਂਦਾ ਹੈ, ਉਹਨਾਂ ਦੇ ਸੋਹਣੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਨਾਲ ਕਰਨਾ ਹੈ। ਇਹ ਸੁਣ ਕੇ ਜਿਹੜਾ ਚੰਦੂ ਪਾਪੀ ਸੀ, ਹੰਕਾਰੀ, ਸੁਣ ਕੇ ਹੰਕਾਰ ਦੇ ਵਿੱਚ ਕਹਿਣ ਲੱਗਾ ਕਿ ਉਹ ਅਸੀਂ 2.5 ਘਰ ਖੱਤਰੀ ਅਤੇ ਉਹ ਸ਼ਰੀਣ ਖੱਤਰੀ ਸੋਢ ਬੰਸ, ਅਤੇ ਉਹਨਾਂ ਕੋਲ ਨਾ ਕੋਈ ਪਰਗਣਾ ਹੈ ਕਿਸੇ ਦੇਸ਼ ਦਾ, ਕਿਸੇ ਇਲਾਕੇ ਦਾ, ਨਾ ਉਹ ਕਿਸੇ ਦੇਸ਼ ਦੇ ਰਾਜੇ ਦੇ ਕੋਈ ਮੰਤਰੀ ਵਜ਼ੀਰ ਹਨ। ਗਰੀਬੜੇ ਜੇ ਸਿੱਖ ਚੱਲ ਕੇ ਆਉਂਦੇ ਨੇ ਅਤੇ ਉਹ ਵੀ ਤਾਂ ਗੁਜ਼ਾਰਾ ਚੱਲਦਾ ਹੈ ਜੇ ਉਹਨਾਂ ਕੋਲ ਸੰਗਤ ਆਉਂਦੀ ਹੈ, ਅਤੇ ਜੇ ਧਨ ਦਾ ਕੋਈ ਸਾਧਨ ਉਹਨਾਂ ਦਾ ਹੋਰ ਹੈ ਨਹੀਂ ਅਤੇ ਫਿਰ ਜੇ ਸੰਗਤਾਂ ਆਉਣੀਆਂ ਬੰਦ ਹੋ ਜਾਣ ਅਤੇ ਫਿਰ ਉਹਨਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲੇਗਾ।
ਇਸ ਤਰ੍ਹਾਂ ਹੰਕਾਰ ਦੇ ਵਿੱਚ ਆ ਕੇ ਚੰਦੂ ਨੇ ਬੋਲ ਕਹੇ ਸਨ ਕਿ ਸਾਡਾ ਘਰ ਚੁਬਾਰੇ ਦੀ ਤਰ੍ਹਾਂ ਹੈ ਅਤੇ ਜਿੱਥੇ ਤੁਸੀਂ ਰਿਸ਼ਤਾ ਦੇਖ ਕੇ ਆਏ ਹੋ ਉਹ ਮੋਰੀ ਹੈ ਅਤੇ ਮੇਰੀ ਧੀ ਚੁਬਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾਉਣ ਲੱਗੇ ਹੋ। ਪਰ ਚਲੋ ਜਿੱਥੇ ਨਾਤਾ ਕਰੇ ਆਏ ਹੋ, ਸਿਆਣੇ ਕਹਿੰਦੇ ਨੇ ਕਿ ਉਸ ਨਾਤੇ ਨੂੰ ਮਨ੍ਹਾ ਨਹੀਂ ਕਰੀਦਾ। ਉਹ ਰਿਸ਼ਤਾ ਜਿਹੜਾ ਹੈ ਸਿਰੇ ਚੜਾਉਣਾ ਹੁਣ ਸਾਨੂੰ ਬਣਦਾ ਹੈ। ਇਹ ਗੱਲ ਸੁਣੀ ਸਿੱਖਾਂ ਨੇ ਧਰਮਸ਼ਾਲਾ ਵਿੱਚ ਸਲਾਹ ਕੀਤੀ, ਗੁਰਮਤਾ ਕੀਤਾ ਸਾਰੀ ਸੰਗਤ ਨੇ ਕਿ ਚੰਦੂ ਹੰਕਾਰੀ ਹੈ ਅਤੇ ਗੁਰੂ ਘਰ ਸਦਾ ਹੀ ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਗੁਰੂ ਸਾਹਿਬ ਜੀ ਨੂੰ ਇਸ ਗੱਲ ਦੀ ਖਬਰ ਭੇਜੀ ਹੈ ਤਾਂ ਸਤਿਗੁਰੂ ਅੰਤਰਜਾਮੀ ਨੇ, ਪਰ ਸਾਡਾ ਵੀ ਆਪਣਾ ਕੁਝ ਫਰਜ਼ ਬਣਦਾ ਹੈ, ਉਹ ਅਸੀਂ ਫਰਜ਼ ਨਿਭਾਈਏ। ਸਿੱਖ ਸੰਗਤਾਂ ਨੇ ਮਿਲ ਕੇ ਪੱਤਰ ਲਿਖਿਆ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ। ਮਹਾਰਾਜ, ਦਿੱਲੀ ਦੀ ਸੰਗਤ ਤੁਹਾਡੇ ਚਰਨਾਂ 'ਚ ਬੇਨਤੀ ਕਰਦੀ ਹੈ ਕਿ ਇਸ ਹੰਕਾਰੀ ਦੀ ਧੀ ਦਾ ਰਿਸ਼ਤਾ ਜਿਹੜਾ ਉਹ ਨਾ ਲਿਆ ਜਾਵੇ। ਇਹ ਆਪਣੇ ਆਪ ਨੂੰ ਚੁਬਾਰਾ ਅਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ। ਇਹ ਪੱਤਰ ਦੇ ਕੇ ਸਿੱਖ ਨੂੰ ਭੇਜਿਆ ਅਤੇ ਉੱਧਰ ਚੰਦੂ ਦੇ ਘਰੋਂ ਚੱਲੇ ਨੇ ਬ੍ਰਾਹਮਣ ਅਤੇ ਲਾਗੀ। ਉਹ ਵੀ ਸ਼ਗਨ ਦੀਆਂ ਸਮੱਗਰੀਆਂ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਨੇ। ਰਾਤ ਇੱਥੇ ਟੁਕਾ ਕੀਤਾ ਹੈ। ਮਾਤਾ ਗੰਗਾ ਜੀ ਨੂੰ ਬੜੀ ਪ੍ਰਸੰਨਤਾ ਹੈ, ਖੁਸ਼ੀ ਹੈ ਕਿ ਘਰ ਵਿੱਚ ਪੁੱਤਰ ਦਾ ਵਿਆਹ ਸ਼ਗਨ ਕੱਲ੍ਹ ਨੂੰ ਲੱਗਣਾ ਹੈ। ਉਹਨਾਂ ਨੇ ਇਸਤਰੀਆਂ ਨੂੰ ਨਾਲ ਲਿਆ, ਘਰੇ ਲੈ ਗਏ ਅਤੇ ਘਰ ਵਿੱਚ ਇਸਤਰੀਆਂ ਨੇ ਮਿਲ ਕੇ ਖੁਸ਼ੀ ਦੇ ਗੀਤ ਗਾਏ ਹਨ ਬੜੇ ਚਾਵਾਂ ਦੇ ਨਾਲ। ਅਤੇ ਕਈਆਂ ਨੂੰ ਰਾਤ ਨੀਂਦ ਵੀ ਨਹੀਂ ਪਈ ਕਿ ਕੱਲ੍ਹ ਨੂੰ ਅਸੀਂ ਗੁਰੂ ਸਾਹਿਬ ਜੀ ਦਾ ਪੁਰਬ ਦੇਖਣਾ ਹੈ, ਉਤਸ਼ਾਹ ਅੱਖੀਂ ਦੇਖਾਂਗੇ। ਸੋ ਬੜੇ ਸਿੱਖ ਪ੍ਰਸੰਨ ਹਨ। ਅਗਲਾ ਦਿਨ ਚੜ੍ਹਿਆ, ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜਾਗੇ ਨੇ। ਇਸ਼ਨਾਨ ਪਾਨ ਕੀਤਾ, ਸ਼੍ਰੀ ਹਰਿਮੰਦਰ ਸਾਹਿਬ ਦੀ ਇਸ਼ਨਾਨ ਦੀ ਸੇਵਾ ਹੋਈ। ਰਬਾਬੀਆਂ ਨੇ ਕੀਰਤਨ ਦੀ ਆਰੰਭਤਾ ਕੀਤੀ ਹੈ। ਵਿੱਚ ਸਤਿਗੁਰੂ ਆ ਕੇ ਬਿਰਾਜਮਾਨ ਹੋਏ ਨੇ। ਅਨੇਕਾਂ ਸੰਗਤਾਂ ਨੇ ਆ ਕੇ ਦਰਸ਼ਨ ਕੀਤੇ। ਜਦੋਂ ਸਵੇਰ ਦਾ ਸਮਾਂ ਹੋਇਆ, ਸਤਿਗੁਰੂ ਜੀ ਨੇ ਸੁਨੇਹਾ ਭੇਜ ਕੇ ਉਸ ਬ੍ਰਾਹਮਣ ਅਤੇ ਲਾਗੀ ਨੂੰ ਬੁਲਾ ਲਿਆ ਅਤੇ ਸੁਨੇਹਾ ਭੇਜਿਆ ਹੈ। ਜਿਹੜੇ ਵਪਾਰੀ ਸਨ, ਪੈਂਚ ਸਨ, ਸਿੱਖ ਸੰਗਤਾਂ ਨੂੰ ਸੁਨੇਹਾ ਮਿਲੇ ਹਨ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸ਼ਗਨ ਲਾਉਣ ਵਾਸਤੇ ਆਏ ਨੇ। ਸੋਹਣੀ ਚੌਂਕੀ ਜਿਹੜੀ ਸੀ ਉਹ ਵੀ ਲਿਆ ਕੇ ਰੱਖੀ ਗਈ ਹੈ। ਉੱਧਰ ਮਾਤਾ ਗੰਗਾ ਜੀ ਨੇ ਬੜੀ ਪ੍ਰਸੰਨਤਾ ਦੇ ਨਾਲ, ਖੁਸ਼ੀ ਦੇ ਨਾਲ ਆਪਣੇ ਸਪੁੱਤਰ ਸ਼੍ਰੀ ਹਰਗੋਬਿੰਦ ਸਾਹਿਬ ਉਹਨਾਂ ਨੂੰ ਤਿਆਰ ਕੀਤਾ ਹੈ। ਸੋਹਣਾ ਦਸਤਾਰਾ ਸਿਰ 'ਤੇ ਸਜਾਇਆ, ਸੋਹਣਾ ਪੋਸ਼ਾਕਾ ਗਲ ਜਾਮਾ ਪਾਇਆ ਅਤੇ ਸੁੰਦਰ ਦੁਪੱਟਾ ਜਿਹੜਾ ਸੀ ਮੋਢਿਆਂ ਦੇ ਉੱਤੇ ਰੱਖਿਆ। ਹੱਥਾਂ ਵਿੱਚ ਸੋਹਣੇ ਗਹਿਣੇ ਨੇ, ਗਲੇ ਦੇ ਵਿੱਚ ਸੋਹਣੀ ਮੋਤੀਆਂ ਦੀ ਮਾਲਾ ਹੈ। ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ ਸੇਵਕ ਲੈ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਏ ਨੇ, ਜਿੱਥੇ ਬ੍ਰਾਹਮਣ ਅਤੇ ਲਾਗੀ ਵੀ ਬੈਠੇ ਸਨ ਸ਼ਗਨ ਲਾਉਣ ਵਾਲੇ। ਸਾਰਿਆਂ ਨੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪ੍ਰਤਾਪ ਨੂੰ ਦੇਖਿਆ। ਉੱਠ ਕੇ ਸਿੱਖ ਸੰਗਤਾਂ ਨੇ ਨਮਸਕਾਰਾਂ ਕੀਤੀਆਂ ਨੇ। ਸੋ ਹੁਣ ਸਾਰੀ ਤਿਆਰੀ ਹੈ ਸ਼ਗਨ ਲੱਗਣ ਦੀ। ਜਿਸ ਤਰ੍ਹਾਂ ਅਚਨਚੇਤ ਦਿੱਲੀ ਦੀ ਸੰਗਤ ਦੀ ਪੱਤਰਕਾ ਆਉਂਦੀ ਹੈ, ਉਹ ਪੱਤਰਕਾ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਆਪ ਪੜ੍ਹਦੇ ਹਨ ਅਤੇ ਇਸ ਹੰਕਾਰੀ ਦੀ ਧੀ ਦਾ ਰਿਸ਼ਤਾ ਜਿਹੜਾ ਸੀ ਉਹ ਲੈਣ ਤੋਂ ਫਿਰ ਇਨਕਾਰ ਕੀਤਾ। ਜਿਸ ਤਰ੍ਹਾਂ ਇਹ ਵਾਰਤਾ ਅੱਗੇ ਆ ਰਹੀ ਹੈ, ਆਓ ਗੁਰੂ ਸੰਗਤ ਜੀ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਜੀਵਨ ਕੌਤਕਾਂ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਕਰੋ ਕਿਰਪਾ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਨੇ ਮੈਂ ਦਿੱਲੀ ਤੇ ਸੰਗਤ ਪਠਿਓ। ਇਤਨੇ ਮੈਂ ਦਿੱਲੀ ਤੇ ਸੰਗਤ ਤੇ ਇੰਨੇ ਚਿਰ ਦੇ ਵਿੱਚ ਦਿੱਲੀ ਦੀ ਸੰਗਤ ਨੇ ਦੂਤ ਆਇਓ ਬਹੁ ਚਾਲ। ਹਾਂ, ਜਿਹੜਾ ਭੇਜਿਆ ਹੋਇਆ ਪਠਿਓ ਦੂਤ ਭੇਜਿਆ ਦੂਤ ਸੀ। ਆਇਓ ਬਹੁ ਚਾਲ, ਬੜੀ ਛੇਤੀ ਬੜੀ ਕਾਹਲੀ ਦੇ ਨਾਲ, ਕਿਉਂਕਿ ਸਿੱਖਾਂ ਨੇ ਕਿਹਾ ਸੀ ਕਿ ਸ਼ਗਨ ਲੱਗਣ ਤੋਂ ਪਹਿਲਾਂ ਇਹ ਜਿਹੜੀ ਪੱਤਰਕਾ ਹੈ, ਚਿੱਠੀ ਹੈ ਸੰਗਤ ਦੀ, ਇਹ ਗੁਰੂ ਸਾਹਿਬ ਜੀ ਦੇ ਅੱਗੇ ਪੇਸ਼ ਕਰਨੀ ਹੈ, ਸਤਿਗੁਰੂ ਜੀ ਦੇ ਹੱਥ ਦੇਣੀ ਹੈ।
ਉਹ ਸਿੱਖ ਜਿਹੜਾ ਸੀ ਬੜੀ ਛੇਤੀ ਦੇ ਨਾਲ ਚੱਲ ਕੇ ਇੱਥੇ ਪਹੁੰਚ ਗਿਆ ਹੈ। ਸ੍ਰੀ ਅਰਜਨ ਕੇ ਨਿਕਟ ਪਹੁੰਚਿਓ, ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਪਹੁੰਚਿਆ ਹੈ। ਹੱਥ ਜੋੜ ਕਰ ਨਮਰੀ ਭਾਲ, ਉਸ ਸਿੱਖ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ, ਦੋਵੇਂ ਹੱਥ ਜੋੜੇ ਹਨ। ਮਹਾਰਾਜ ਅਰਦਾਸ ਏਕ ਹੈ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਇਹ ਅਰਦਾਸ ਹੈ। ਮੈਂ ਲਿਆਇਓ ਅਬ ਲਿਓ ਸੰਭਾਲ, ਮਹਾਰਾਜ ਮੈਂ ਇਹ ਅਰਦਾਸ ਲੈ ਕੇ ਆਇਆ ਸੰਗਤ ਦੀ, ਤੇ ਆਪ ਜੀ ਕਿਰਪਾ ਕਰੋ ਇਹਨੂੰ ਆਪਣੇ ਪਾਸ ਸੰਭਾਲ ਲਓ। ਭਾਵ ਮੈਂ ਬੇਨਤੀ ਲੈ ਕੇ ਆਇਆ, ਕਿਉਂਕਿ ਅਰਦਾਸ ਅਤੇ ਬੇਨਤੀ ਇਹ ਸੰਗਤ ਵੱਲੋਂ ਭੇਜੀ ਗਈ ਸੀ, ਦਿੱਲੀ ਦੀ ਸੰਗਤ ਵੱਲੋਂ। ਇਹ ਸਿੱਖ ਨੇ ਆ ਕੇ ਗੁਰੂ ਸਾਹਿਬ ਜੀ ਦੇ ਅੱਗੇ ਰੱਖੀ, ਕਹਿਣ ਲੱਗਾ, ਸਤਿਗੁਰੂ ਜੀ ਇਹ ਬੇਨਤੀ ਲੈ ਕੇ ਆਇਆ, ਆਪ ਜੀ ਕਿਰਪਾ ਕਰਕੇ ਇਹਨੂੰ ਸੰਭਾਲ ਲਓ। ਹੋਏ ਇਕੰਤ ਬਿਰਤੰਤ ਲਖੀਜਾ, ਆਪ ਜੀ ਇਕਾਂਤ ਦੇ ਵਿੱਚ ਜਾ ਕੇ ਸਾਰਾ ਬਿਰਤੰਤ ਪਹਿਲਾਂ ਸਮਝ ਲਓ, ਕਿਉਂਕਿ ਸਾਰੀਆਂ ਸਿੱਖ ਸੰਗਤਾਂ ਖੁਸ਼ੀ ਦੇ ਮਾਹੌਲ ਵਿੱਚ ਪਹੁੰਚੀਆਂ ਨੇ। ਨਗਰ ਦੇ ਪੈਂਚ ਵੀ ਬੈਠੇ ਨੇ, ਵਪਾਰੀ ਲੋਕ ਬੈਠੇ ਨੇ, ਚੰਦੂ ਵੱਲੋਂ ਭੇਜੇ ਹੋ ਬ੍ਰਾਹਮਣ ਤੇ ਲਾਗੀ ਤੇ ਉਹਦੇ ਸੇਵਕ ਵੀ ਬੈਠੇ ਨੇ, ਸਾਰੀ ਤਾਂ ਤਿਆਰੀ ਸੀ। ਇਸ ਲਈ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਇਕਾਂਤ ਦੇ ਵਿੱਚ ਆਪ ਇਕੱਲੇ ਪਹਿਲਾਂ ਸਾਰੇ ਬਿਰਤਾਂਤ ਨੂੰ ਸਮਝ ਲਓ, ਜਾਣ ਲਓ। ਪੁਨ ਕੀਜਾ ਜੇ ਕਾਜ ਵਿਸਾਲ, ਫਿਰ ਮਹਾਰਾਜ ਜਿਹੜਾ ਵੱਡਾ ਕਾਰਜ ਹੈ ਫਿਰ ਕਰਿਓ, ਪਹਿਲਾਂ ਤੁਸੀਂ ਇਹਨੂੰ ਸਮਝ ਲਓ। ਤੂਰ ਨਹੇਰੋ ਦੇਰ ਨ ਠਾਨੋ, ਛੇਤੀ ਮਹਾਰਾਜ ਇਹ ਜਿਹੜੀ ਪੱਤਰਕਾ ਹੈ, ਸੰਗਤ ਦੀ ਭੇਜੀ ਹੋਈ ਬੇਨਤੀ ਹੈ, ਇਹਨੂੰ ਆਪ ਜੀ ਦੇਖੋ, ਇਹਦੇ ਵਿੱਚ ਦੇਰ ਨਾ ਲਾਓ। ਸ਼ਗਨ ਬਾਤ ਕਰੀਐ ਪਛਾਤ, ਬਾਅਦ ਵਿੱਚ ਜਿਹੜੀ ਸ਼ਗਨ ਦੀ ਰਸਮ ਹੈ ਇਹ ਬਾਅਦ ਵਿੱਚ ਕਰਿਓ, ਪਹਿਲਾਂ ਇਹ ਸੰਗਤ ਜੀ ਦੀ ਜਿਹੜੀ ਬੇਨਤੀ ਹੈ ਇਹ ਆਪ ਜੀ ਪੜ੍ਹ ਲਓ। ਸੁਣ ਤੇ ਉਠੇ ਸਤਿਗੁਰ ਤਿਸ ਛਿਨ ਮਹਿ, ਇਹ ਸਿੱਖ ਦੀ ਬੇਨਤੀ ਨੂੰ ਗੁਰੂ ਸਾਹਿਬ ਜੀ ਨੇ ਸੁਣਿਆ ਹੈ। ਸੁਣ ਕੇ ਮਹਾਰਾਜ ਉਸ ਸਮੇਂ ਉੱਠੇ ਹਨ। ਬੈਠਿਓ ਸਿੱਖ ਏਕ ਸਭ ਗਿਆਤ, ਹੁਣ ਸੰਗਤ ਵਿੱਚ ਇੱਕ ਨਾਮ ਰਸੀਆ ਕਮਾਈ ਵਾਲਾ ਸਿੱਖ ਬੈਠਾ ਸੀ, ਜਿਹਨੂੰ ਇਸ ਗੱਲ ਦਾ ਗਿਆਨ ਸੀ, ਕਿਉਂਕਿ ਸਤਿਗੁਰੂ ਅਕਾਲ ਪੁਰਖ ਦਾ ਰੂਪ ਹਨ, ਤੇ ਜਿਹੜੇ ਕਮਾਈ ਵਾਲੇ ਸਿੱਖ ਹਨ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਦਿੱਤੀਆਂ ਹਨ। ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਹਰ ਕਾ ਸੇਵਕ ਸੋ ਹਰ ਜੇਹਾ। ਇਸੇ ਤਰ੍ਹਾਂ ਦਾ ਉਹ ਜਿਹੜਾ ਸੇਵਕ ਸੀ, ਨਾਮ ਰਸੀਆ, ਬੰਦਗੀ ਵਾਲਾ, ਕਮਾਈ ਵਾਲਾ, ਉਹ ਬੈਠਾ ਸੀ। ਜਿਸ ਤਰ੍ਹਾਂ ਸਤਿਗੁਰੂ ਆਪ ਅੰਤਰਜਾਮੀ ਨੇ, ਇਸੇ ਤਰ੍ਹਾਂ ਜਿਹੜੇ ਕਮਾਈ ਵਾਲੇ ਗੁਰਸਿੱਖ ਹਨ ਉਹਨਾਂ ਨੂੰ ਵੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਬਖਸ਼ੀਆਂ ਹਨ। ਭੂਤ ਭਵਿੱਖਤ ਵਰਤਹਿ ਜਾਣਤ, ਕਮਾਈ ਵਾਲਾ ਸਿੱਖ ਜਿਹੜਾ ਸੀ ਉਹ ਵੀ ਤ੍ਰਈ ਕਾਲ ਗਿਆਤਾ ਸੀ। ਜਿਸ ਤਰ੍ਹਾਂ ਆਪਾਂ ਪਿੱਛੇ ਭਾਈ ਭਿਖਾਰੀ ਜੀ ਦਾ ਜੀਵਨ ਸਰਵਣ ਕਰਕੇ ਆਏ ਹਾਂ ਕਿ ਭਾਈ ਭਿਖਾਰੀ ਜੀ ਨੂੰ ਵੀ ਆਉਣ ਵਾਲੇ ਸਮੇਂ ਦਾ ਗਿਆਤ ਸੀ, ਇਸੇ ਤਰ੍ਹਾਂ ਕਮਾਈ ਵਾਲੀ, ਨਾਮ ਜਪਣ ਵਾਲੀ ਰੰਗ ਰਤੜੀ ਰੂ ਬੈਠੀ ਹੈ, ਜਿਹੜਾ ਭੂਤ ਅਤੇ ਭਵਿੱਖਤ ਦਾ ਗਿਆਤਾ ਸੀ। ਨਿਕਲ ਚੁੱਕਿਆ ਸਮਾਂ, ਆਉਣ ਵਾਲਾ ਸਮਾਂ ਉਹਦੇ ਸਾਹਮਣੇ ਗੁਰੂ ਸਾਹਿਬ ਜੀ ਨੇ ਸਾਹਮਣੇ ਰੱਖਿਆ ਸੀ। ਬੇਪਰਵਾਹ ਸਦਾ ਚਿਤ ਸ਼ਾਂਤ, ਹੁਣ ਜਿਹੜੇ ਕਮਾਈ ਵਾਲੇ ਹਨ, ਜਿਹੜੇ ਅਕਾਲ ਪੁਰਖ ਦੇ ਭੈ ਵਿੱਚ ਸਮਾਂ ਬਤੀਤ ਕਰਦੇ ਨੇ, ਉਹ ਫਿਰ ਕਿਸੇ ਦਾ ਦੁਨਿਆਵੀ, ਕਿਸੇ ਮਨੁੱਖਾਂ ਦਾ, ਬਾਦਸ਼ਾਹਾਂ ਦਾ, ਆਮ ਲੋਕਾਂ ਦਾ ਜਿਹੜਾ ਭੈ ਹੈ ਉਹ ਨਹੀਂ ਰੱਖਦੇ। ਇਸੇ ਤਰ੍ਹਾਂ ਦਾ ਉਹਦਾ ਜੀਵਨ ਸੀ, ਬੇਪਰਵਾਹ, ਤੇ ਹਿਰਦਾ ਜਿਹੜਾ ਸੀ ਉਹ ਸ਼ਾਂਤ ਸੀ, ਕਿਉਂਕਿ ਹਿਰਦਾ ਵੀ ਉਹਨਾਂ ਦਾ ਸ਼ਾਂਤ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਗੁਰੂ ਦਾ ਉਪਦੇਸ਼ ਘਰ ਕੀਤਾ ਹੋਵੇ, ਉਪਦੇਸ਼ ਵਸਿਆ ਹੋਵੇ, ਜਿਹਨੇ ਕਮਾਈ ਕੀਤੀ ਹੋਵੇ। ਇਹ ਸ਼ਾਂਤ ਹਿਰਦੇ ਵਾਲਾ, ਸ਼ਾਂਤ ਆਤਮਾ ਵਾਲਾ ਸਿੱਖ ਬੈਠਾ ਸੀ। ਮਗਨ ਰਹਿ ਗੁਰ ਸ਼ਬਦ ਵਿਖੈ ਨਿਤ, ਹਮੇਸ਼ਾ ਗੁਰੂ ਸਾਹਿਬ ਜੀ ਦੇ ਉਪਦੇਸ਼ ਦੇ ਵਿੱਚ ਆਪਣੇ ਆਪ ਨੂੰ ਜੋੜ ਕੇ ਰੱਖਦਾ ਸੀ। ਫਿਰ ਸ਼ਬਦ ਦੀ ਕਮਾਈ ਕਰਦਾ ਸੀ, ਹਮੇਸ਼ਾ ਸ਼ਬਦ ਦੇ ਵਿੱਚ ਮਗਨ ਰਹਿੰਦਾ ਸੀ। ਮਨ ਗੁਰ ਚਰਨ ਵਿਖੈ ਦਿਨ ਰਾਤ, ਦਿਨ ਰਾਤ ਮਨ ਜਿਹੜਾ ਸੀ ਉਹ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੋੜ ਕੇ ਰੱਖਦਾ ਸੀ। ਇਉਂ ਦੇਖਣ ਨੂੰ ਤੇ ਆਪਾਂ ਇਉਂ ਲੱਗਦਾ ਹੈ ਕਿ ਆਮ ਮਨੁੱਖਾਂ ਵਰਗਾ ਸਰੀਰ ਜਿਸ ਤਰ੍ਹਾਂ ਸਾਡਾ ਹੈ, ਇਸੇ ਤਰ੍ਹਾਂ ਕਮਾਈ ਵਾਲਿਆਂ ਦਾ ਸਰੀਰ ਹੈ, ਤੇ ਵੱਖਰੇ ਕੀ ਹੋਏ। ਸਾਧ ਸੰਗਤ ਜੀ, ਵੱਖਰੀ ਉਹਨਾਂ ਦੀ ਹੈ ਅਵਸਥਾ, ਵੱਖਰਾ ਉਹਨਾਂ ਦਾ ਰਹਿਣ ਸਹਿਣ, ਵੱਖਰਾ ਉਹਨਾਂ ਦਾ ਖਾਣ ਪੀਣ, ਵੱਖਰਾ ਉਹਨਾਂ ਦਾ ਜੀਵਨ ਬਤੀਤ ਕਰਨਾ। ਸੋ ਆਪਾਂ ਤੇ ਦੁਨਿਆਵੀ ਧੰਦਿਆਂ ਵਿੱਚ ਲਾ ਕੇ ਸਾਰਾ ਦਿਨ ਬਤੀਤ ਕਰਦੇ ਹਾਂ, ਪਰ ਉਹਨਾਂ ਦਾ ਜਿਹੜਾ ਆਹਾਰ ਹੈ ਉਹ ਪ੍ਰਮਾਤਮਾ ਦੇ ਨਾਮ ਦਾ ਹੈ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਦਾ ਹੀ ਆਧਾਰ, ਆਸਰਾ ਉਹ ਲੈਂਦੇ ਨੇ, ਤੇ ਉਹਨਾਂ ਦਾ ਜਿਹੜਾ ਪੁਸ਼ਾਕ ਹੈ
ਉਹ ਵੀ ਫਿਰ ਨਾਮ ਦੀ ਹੁੰਦੀ ਹੈ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਪਰ ਲੋਕ ਵਿੱਚ ਉਹਨਾਂ ਦੀ ਪੁਸ਼ਾਕ ਪੱਤ ਢੱਕਦੀ ਹੈ। ਆਪਾਂ ਕਹਿੰਦੇ ਆ ਤਨ ਨੂੰ ਢੱਕਣ ਵਾਸਤੇ ਬਸਤਰ ਪਾਉਣਾ ਇੱਕ ਮਰਿਆਦਾ ਹੈ। ਇਸੇ ਤਰ੍ਹਾਂ ਪਰ ਪਰਲੋਕ ਵਿੱਚ ਜਿਹੜਾ ਸੂਖਮ ਸਰੀਰ ਜਾਂਦਾ ਹੈ ਉਹਦੇ ਉੱਤੇ ਕਿਹੜਾ ਬਸਤਰ ਹੁੰਦਾ ਹੈ। ਮਨਮੁਖ ਜਿਹੜਾ ਹੈ ਉਹ ਤਾਂ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਆਉਂਦਾ ਉਸੇ ਤਰ੍ਹਾਂ ਹੀ ਚਲਾ ਜਾਂਦਾ ਹੈ। ਸੰਸਾਰ ਵਿੱਚ ਆਉਣਾ ਇਹ ਬਿਨਾਂ ਬਸਤਰਾਂ ਤੋਂ ਆਉਣ ਦਾ ਇਹ ਜਿਹੜੀ ਹੈ ਇੱਕ ਮਰਿਆਦਾ ਬਣੀ ਹੋਈ। ਪਰ ਜਦੋਂ ਕਮਾਈ ਵਾਲੇ ਜਾਂਦੇ ਨੇ ਤੇ ਨਾਮ ਰੂਪੀ ਬਸਤਰ ਦੇ ਨਾਲ ਉਹਨਾਂ ਦਾ ਜਿਹੜਾ ਤਨ ਹੈ ਉਹ ਢੱਕਿਆ ਜਾਂਦਾ ਹੈ, ਉਹਨਾਂ ਦੀ ਪੱਤ ਢੱਕੀ ਜਾਂਦੀ ਹੈ। ਤੇ ਸਭ ਤੋਂ ਵੱਡੀ ਗੱਲ ਹੁੰਦੀ ਪੱਤ ਢੱਕਣ ਦੀ। ਜਿਨ੍ਹਾਂ ਦੀ ਪੱਤ ਮਾਲਕ ਰੱਖੇ ਉਹਨਾਂ ਦੇ ਤਨ ਦੇ ਉੱਤੇ ਭਾਵੇਂ ਸੁੰਦਰ ਲਿਬਾਸ ਵੀ ਨਾ ਹੋਣ ਪਰ ਉਹ ਫਿਰ ਵੀ ਸਤਿਕਾਰਯੋਗ ਹੁੰਦੇ ਨੇ। ਪਰ ਜਿਨ੍ਹਾਂ ਦੀ ਪਾਤੀ ਨਾ ਹੋਵੇ, ਇੱਜ਼ਤ ਹੀ ਸਾਬਤ ਨਾ ਹੋਵੇ, ਜਿੰਨੇ ਮਰਜ਼ੀ ਸੋਹਣੇ ਪੁਸ਼ਾਕੇ ਪਾ ਲੈਣ, ਸੋਹਣੇ ਬਸਤਰ ਪਾ ਲੈਣ, ਦੇਖਣ ਵਾਲੇ ਕਹਿ ਦਿੰਦੇ ਨੇ ਨਾ ਕਿ ਇੰਨੇ ਕੱਪੜੇ ਸੋਹਣੇ ਪਾਉਣ ਦਾ ਕੀ ਫਾਇਦਾ, ਕਿ ਤੁਹਾਡੀ ਕਿਹੜਾ ਕੋਈ ਇੱਜ਼ਤ ਹੈ। ਇਸ ਲਈ ਜਿਹੜੇ ਨਾਮ ਜਪਣ ਵਾਲੇ ਹਨ ਉਹਨਾਂ ਦੇ ਉੱਤੇ ਫਿਰ ਪਰਮਾਤਮਾ ਵਾਹਿਗੁਰੂ ਜੀ ਨਾਮ ਰੂਪੀ ਬਸਤਰ ਉਹਨਾਂ ਨੂੰ ਬਖਸ਼ਦੇ ਨੇ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਪ੍ਰੇਮ ਰੂਪੀ ਬਸਤਰ ਉਹਨਾਂ ਨੂੰ ਦਿੰਦੇ ਹਨ। ਸੋ ਇਸੇ ਪ੍ਰਕਾਰ ਇਹ ਜਿਹੜਾ ਸਿੱਖ ਸੀ ਨਾਮ ਵਿੱਚ ਰੰਗਿਆ ਹੋਇਆ, ਇਹਨਾਂ ਦਾ ਚਿੱਤ ਸੀ ਹਮੇਸ਼ਾ ਸ਼ਾਂਤ ਰਹਿਣਾ। ਤਿੰਨਾਂ ਕਾਲਾਂ ਦੇ ਗਿਆਤੇ ਸਨ ਤੇ ਨਾਮ ਦਾ ਹੀ ਇਹ ਭੋਜਨ ਕਰਦੇ ਸਨ। ਉਠਤ ਦੇਖ ਕਰ ਬੋਲਿਓ ਗੁਰਸੋਂ। ਜਦੋਂ ਸਤਿਗੁਰੂ ਜੀ ਉੱਠੇ ਨੇ ਨਾ ਤੇ ਮਹਾਰਾਜ ਜੀ ਵੱਲ ਦੇਖ ਕੇ ਇਹ ਸਿੱਖ ਕਹਿਣ ਲੱਗਾ, ਛਪੀ ਨ ਰਹਿ ਪ੍ਰਭੂ ਇਹ ਬਾਤ। ਆਪਣੀ ਮਸਤ ਅਵਸਥਾ ਵਿੱਚ ਹੀ ਰਹਿੰਦਾ ਸੀ ਤੇ ਮਹਾਰਾਜ ਨੂੰ ਦੇਖ ਕੇ ਕਹਿੰਦਾ, ਮਹਾਰਾਜ ਜਿਹੜੀ ਗੱਲ ਤੁਸੀਂ ਪੜ੍ਹਨ ਚੱਲੇ ਹੋ ਨਾ ਇਹ ਗੱਲ ਸਤਿਗੁਰੂ ਜੀ ਹੁਣ ਲੁਕੀ ਨਾ ਰਹੇ, ਸਾਰੀ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਹੈ। ਸ਼ਰਧਾਹੀਨ ਹੰਕਾਰ ਪਾਤ ਕੀ। ਕਿਉਂਕਿ ਜਿਹੜਾ ਪਾਪੀ ਵੱਡਾ ਹੈ ਚੰਦੂ ਉਹ ਸ਼ਰਧਾ ਤੋਂ ਹੀਣਾ ਹੈ ਤੇ ਬਹੁਤ ਅਧਰਮੀ ਹੈ। ਤਿਸ ਕੀ ਸੁਤਾ ਨ ਲਿਹੋ ਹਿਤ ਤਾਤ। ਫਿਰ ਹੰਕਾਰੀ ਦੀ ਧੀ ਦਾ ਰਿਸ਼ਤਾ ਆਪਣੇ ਪੁੱਤਰ ਵਾਸਤੇ ਤੁਸੀਂ ਨਾ ਲਵੋ। ਟੱਕਰ ਹਤ ਹੈ ਚੁਬਾਰੇ ਸੋਨਿਤ। ਕਿਉਂਕਿ ਜਿਹੜਾ ਚੁਬਾਰਾ ਹੈ ਨਾ ਤੇ ਚੁਬਾਰੇ ਦੇ ਨਾਲ ਹਮੇਸ਼ਾ ਮੱਥਾ ਹੀ ਭੰਨਿਆ ਜਾਂਦਾ ਹੈ। ਮੋਰੀ ਮਹਿ ਮਰ ਹੈ ਪਛਤਾਤ। ਅਖੀਰ ਮੋਰੀ ਵਿੱਚ ਆ ਕੇ ਹੀ ਮਰਦਾ ਹੈ ਜਿਹੜਾ ਚੁਬਾਰੇ ਨਾਲ ਮੱਥਾ ਭਨਾਉਂਦਾ ਹੈ। ਅਖੀਰ ਉਹਨੂੰ ਪਛਤਾਉਣਾ ਹੀ ਪੈਂਦਾ ਹੈ। ਸ਼ਸ਼ ਪਾਇਓ ਚਾਹਤ ਹੋ ਅਬ। ਤੇ ਮਹਾਰਾਜ ਕਿਸ ਤਰ੍ਹਾਂ ਇਹਨੂੰ ਛਪਾਉਣਾ ਚਾਹੁੰਦੇ ਹੋ। ਸੋ ਬਿਦਤੈ ਸਬਬ ਮਹਿ ਭਲ ਭਾਂਤ। ਜਿਹੜੀ ਗੱਲ ਪ੍ਰਗਟ ਹੋਣੀ ਹੈ ਉਹ ਸਾਹਮਣੇ ਆ ਹੀ ਜਾਣੀ ਹੈ। ਕੂਕਰ ਕੂਕਤ ਕੀ ਸਮ ਪਾਪੀ। ਇਹ ਤਾਂ ਚੰਦੂ ਵੱਡਾ ਕੂਕਰ ਦੀ ਤਰ੍ਹਾਂ ਤੇ ਵੱਡਾ ਪਾਪੀ ਹੈ। ਗਜ ਰਾਜਨ ਗੁਰ ਕਮੀ ਨਾ ਹੋਏ। ਤੇ ਜਿਹੜਾ ਹਾਥੀਆਂ ਦਾ ਰਾਜਾ ਗੁਰੂ ਘਰ ਉਹਦਾ ਇਸ ਤਰ੍ਹਾਂ ਦਾ ਪ੍ਰਤਾਪ ਹੈ ਜਿਸ ਤਰ੍ਹਾਂ ਗਜ ਰਾਜਨ ਹਾਥੀਆਂ ਦਾ ਰਾਜਾ ਹੋਵੇ, ਉਹਨੂੰ ਕਾਹਦੀ ਕਮੀ। ਤੇ ਜਿਹੜੇ ਕੂਕਰ ਹਨ ਉਹਨਾਂ ਦਾ ਸੁਭਾਅ ਹੁੰਦਾ ਹੈ ਭੌਂਕਣ ਦਾ। ਤੇ ਹਾਥੀ ਜਿਹੜਾ ਉਹ ਆਪਣੀ ਮਸਤ ਚਾਲ ਚੱਲਦਾ ਹੈ, ਕੂਕਰ ਜਿਹੜੇ ਨੇ ਉਹ ਇਕੱਠੇ ਹੋ ਕੇ ਭੌਂਕਦੇ ਰਹਿੰਦੇ ਨੇ। ਤੇ ਜਿਹੜਾ ਚੰਦੂ ਹੈ ਉਹ ਤਾਂ ਕੂਕਰ ਦੀ ਤਰ੍ਹਾਂ ਹੈ। ਇਹ ਗੱਲ ਬਾਅਦ ਵਿੱਚ ਚੰਦੂ ਕੋਲ ਵੀ ਪਹੁੰਚਦੀ ਹੈ ਕਿ ਉੱਥੇ ਤੈਨੂੰ ਕੁੱਤਾ ਸ਼ਬਦ ਵਰਤਿਆ ਗਿਆ। ਇਹ ਫਿਰ ਲਾਹੌਰ ਜਦੋਂ ਮਹਾਰਾਜ ਇਹਦੇ ਕੋਲ ਸਨ ਇਹਨੇ ਕਿਹਾ ਸੀ ਕਿ ਮੇਰੇ ਤਾਈਂ ਤੁਸੀਂ ਇਹ ਸ਼ਬਦ ਵਰਤਿਆ ਹੈ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਉਦੋਂ ਵੀ ਕਿਹਾ ਸੀ, ਸਤਿਗੁਰੂ ਕਹਿੰਦੇ ਨਹੀਂ ਅਸੀਂ ਕਿਸੇ ਲਈ ਐਸਾ ਭੱਦਾ ਸ਼ਬਦ ਕਿਸੇ ਲਈ ਨਹੀਂ ਵਰਤਦੇ। ਉਹ ਕਹਿਣ ਲੱਗਾ, ਨਹੀਂ ਮੈਂ ਸੁਣਿਆ ਹੈ ਕਿ ਤੁਹਾਡੀ ਹਾਜ਼ਰੀ ਵਿੱਚ ਮੈਨੂੰ ਕੂਕਰ ਕੁੱਤਾ ਕਿਹਾ ਗਿਆ। ਮਹਾਰਾਜ ਕਹਿੰਦੇ ਫਿਰ ਕਿਸੇ ਸਿੱਖ ਨੇ ਕਿਹਾ ਹੋਣਾ। ਤੇ ਫਿਰ ਸਿੱਖ ਉਹ ਸਾਡਾ ਆਪਣਾ ਹੀ ਹੈ ਤੇ ਫਿਰ ਗੁਰੂ ਤੇ ਸਿੱਖ ਵਿੱਚ ਕੋਈ ਭੇਦ ਨਹੀਂ ਹੁੰਦਾ। ਜੇ ਸਿੱਖ ਨੇ ਕਿਹਾ ਤੇ ਫਿਰ ਤੂੰ ਇਹ ਸਮਝ ਲੈ ਕਿ ਅਸੀਂ ਉਹ ਕਿਹਾ। ਇਹ ਸਿੱਖ ਨੇ ਸ਼ਬਦਾਵਲੀ ਵਰਤੀ ਸੀ ਕਿਉਂਕਿ ਜਿਹੜਾ ਹੰਕਾਰੀ ਗੁਰੂ ਘਰ ਨੂੰ ਨੀਵਾਂ ਦਿਖਾਉਣ ਲੱਗਾ ਤੇ ਫਿਰ ਗੁਰ ਕੀ ਨਿੰਦਾ ਸੁਣੈ ਨਾ ਕਾਨ, ਇਹ ਸਿੱਖ ਨੇ ਤਾਂ ਹੀ ਸ਼ਬਦਾਵਲੀ ਵਰਤੀ। ਕਹਿਣ ਲੱਗਾ ਮਹਾਰਾਜ ਉਹ ਤਾਂ ਕੂਕਰ ਦੀ ਤਰ੍ਹਾਂ ਭੌਂਕ ਰਹੇ ਤੇ ਜਿਹੜਾ ਹਾਥੀ ਹੈ ਗੁਰੂ ਘਰ ਇਹ ਹਾਥੀਆਂ ਦੇ ਰਾਜਿਆਂ ਦੀ ਤਰ੍ਹਾਂ ਹੈ। ਤੇ ਮਹਾਰਾਜ ਹਾਥੀਆਂ ਦਾ ਰਾਜਾ ਤੇ ਆਪਣੀ ਚਾਲ ਚੱਲਦਾ ਹੈ। ਸਾਕਤ ਸਾਂਗੜਾ ਬਨ ਹੈ ਤੁਮ ਸੋ। ਇਸ ਕਰਕੇ ਜਿਹੜਾ ਸਾਕਤ ਹੈ ਉਹਦੇ ਨਾਲ ਬਣ ਆਉਣੀ ਨਹੀਂ। ਕਿਉਂਕਿ ਇੱਕ ਪਾਸੇ ਹੰਕਾਰੀ ਹੋਵੇ ਤੇ ਇੱਕ ਪਾਸੇ ਲੋਭੀ ਲਾਲਚੀ ਹੋਵੇ ਤੇ ਦੂਜੇ ਪਾਸੇ ਤਿਆਗੀ ਬਿਰਤੀ ਹੋਵੇ ਤੇ ਫਿਰ ਮੇਲ ਬਣਦਾ ਹੀ ਨਹੀਂ। ਕਿਉਂਕਿ ਉਹ ਹਮੇਸ਼ਾ ਮਸਤ ਅਵਸਥਾ ਵਿੱਚ ਰਹਿੰਦੇ ਨੇ ਤੇ ਜਿਹੜੇ ਲੋਭੀ ਲਾਲਚੀ ਹਨ ਉਹ ਦੂਜਿਆਂ ਦਾ ਵੀ ਖੋਣ ਦਾ ਯਤਨ ਕਰਦੇ ਨੇ। ਇਸ ਲਈ ਮਹਾਰਾਜ ਇਸ ਬੰਦੇ ਦੇ ਨਾਲ ਬਣ ਨਹੀਂ ਆਵੇਗੀ। ਮੈਂ ਵਿਚਾਰ ਕਰ ਤਿਆਗੋ ਸੋਏ। ਇਹ ਵਿਚਾਰ ਕਰਕੇ ਤੁਸੀਂ ਇਹਨੂੰ ਤਿਆਗ ਦਿਓ, ਛੱਡ ਹੀ ਦਿਓ। ਸੁਣ ਤੋ ਲੋਕ ਰਿਸ ਕਰ ਹਿਤ ਤਿਸ ਹਟ ਕਰ। ਜਦੋਂ ਹੋਰ ਸਿੱਖ ਬੈਠੇ ਸਨ ਉਹਨਾਂ ਨੇ ਗੱਲ ਸਿੱਖ ਪਾਸੋਂ ਸੁਣੀ ਹੈ ਤੇ ਸੁਣ ਕੇ
ਸਿੱਖ ਗੁੱਸੇ ਵਿੱਚ ਆ ਗਏ। ਦੂਸ਼ਣ ਰਹੋ ਕਹੋ ਨਾ ਬਚ ਕੋਈ। ਗੁੱਸੇ ਵਿੱਚ ਆ ਕੇ ਸਿੱਖ ਨੂੰ ਕਹਿਣ ਲੱਗੇ, ਕਹਿੰਦੇ ਤੂੰ ਚੁੱਪ ਰਹਿ, ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ? ਕਿਉਂਕਿ ਆਮ ਕੁਝ ਬੈਠੇ ਸਨ ਲੋਕ ਤੇ ਕਮਾਈ ਵਾਲਾ ਸੀ, ਇਹਦੇ ਸਾਹਮਣੇ ਤਾਂ ਸਾਰਾ ਕੁਝ ਗੁਰੂ ਸਾਹਿਬ ਜੀ ਨੇ ਖੋਲ੍ਹਿਆ ਹੋਇਆ ਸੀ। ਇਸ ਤਰ੍ਹਾਂ ਕਿਤਾਬ ਦੇ ਵਿੱਚ ਲਿਖਿਆ ਸਾਰਾ ਕੁਝ ਪੜ੍ਹ ਲਈਦਾ ਹੈ ਨਾ, ਇਸ ਤਰ੍ਹਾਂ ਬ੍ਰਹਮ ਗਿਆਨੀ ਦਾ ਜੀਵਨ ਹੁੰਦਾ ਹੈ। ਉਹ ਤਿੰਨਾਂ ਕਾਲਾਂ ਦੇ ਗਿਆਤੇ ਹੁੰਦੇ ਨੇ, ਉਹਨਾਂ ਕੋਲੋਂ ਕੁਝ ਲੁਕਿਆ ਹੋਇਆ ਨਹੀਂ ਤੇ ਨਾ ਹੀ ਗੁਰੂ ਸਾਹਿਬ ਲੁਕਾ ਕੇ ਰੱਖਦੇ ਨੇ ਉਹਨਾਂ ਤੋਂ। ਤੇ ਉਸ ਵੇਲੇ ਜਦੋਂ ਸਿੱਖ ਨੇ ਗੱਲ ਕਹੀ ਨਾ, ਤੇ ਜਿਹੜੇ ਸਿੱਖ ਹੋਰ ਬੈਠੇ ਸਨ ਉਹ ਗੁੱਸੇ 'ਚ ਆ ਕੇ ਨਾਰਾਜ਼ ਹੋਏ ਕਿ ਗੁਰੂ ਸਾਹਿਬ ਪ੍ਰਤੀ ਇਹ ਗੱਲ ਕਿਉਂ ਕਹਿ ਰਿਹਾ? ਖੁਸ਼ੀ ਦਾ ਮਾਹੌਲ ਹੈ ਇੱਥੇ, ਸਾਰੇ ਸਿੱਖ ਖੁਸ਼ੀ ਨਾਲ ਬੈਠੇ ਨੇ, ਚਾਵਾਂ ਨਾਲ ਬੈਠੇ ਨੇ, ਹਾਲੇ ਸ਼ਗਨ ਲੱਗਣ ਲੱਗਾ ਏ ਤੇ ਕਹੀ ਜਾ ਰਿਹਾ ਕਿ ਪਾਪੀ ਦੀ ਧੀ ਦਾ ਰਿਸ਼ਤਾ ਨਾ ਲਓ, ਉਹ ਹੰਕਾਰੀ ਹੈ। ਇਸ ਲਈ ਸਿੱਖਾਂ ਨੇ ਕੋਈ ਨਾਰਾਜ਼ ਹੋ ਕੇ ਇਹਨੂੰ ਹਟਾਇਆ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰ। ਅਤ ਸ਼ਾਦੀ ਮੈਂ ਬੇਖਸਮ ਕਹਿਬੋ। ਕਹਿਣ ਲੱਗੇ ਕਿ ਅੰਮ੍ਰਿਤਮਈ ਇਹ ਖੁਸ਼ੀ ਦਾ ਮਾਹੌਲ ਹੈ ਤੇ ਤੂੰ ਆ ਗੱਲਾਂ ਜ਼ਹਿਰ ਵਰਗੀਆਂ ਕਰ ਰਿਹਾ। ਕਿਉਂਕਿ ਜਦੋਂ ਕਿਸ ਤੇ ਕੋਈ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਵੇ ਖੁਸ਼ੀ ਦਾ, ਤੇ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਕਿ ਇਹ ਰਿਸ਼ਤਾ ਰਹਿਣ ਦਿਓ, ਪਹਿਲਾਂ ਤਾਂ ਹੁੰਦਾ ਹੈ, ਪਰ ਜਦੋਂ ਕਿਤੇ ਸ਼ਗਨ ਲੱਗਣ ਲੱਗਾ ਹੋਵੇ ਫਿਰ ਇਸ ਤਰ੍ਹਾਂ ਦੇ ਮਾਹੌਲ ਵਿੱਚ ਕੋਈ ਆ ਕੇ ਕਵੇ ਤੇ ਫਿਰ ਹੋਰ ਤਰ੍ਹਾਂ ਦੀ ਇਹ ਗੱਲ ਲੱਗਦੀ। ਇਸ ਕਰਕੇ ਸੰਗਤਾਂ ਨੇ ਨਾਰਾਜ਼ ਹੋਈਆਂ ਇਹਦੇ ਤੋਂ, ਕਹਿਣ ਲੱਗੀਆਂ ਇਹ ਸਾਰਾ ਮਾਹੌਲ ਬਣਿਆ ਪਿਆ ਅੰਮ੍ਰਿਤ ਵਰਗਾ ਤੇ ਤੂੰ ਜਿਹੜੀਆਂ ਗੱਲਾਂ ਕਰ ਰਿਹਾ ਜ਼ਹਿਰ ਵਰਗੀਆਂ ਇਹ ਨਾ ਕਰ। ਉਚਿਤ ਨਾ ਤੋਹੇ ਲਿਹੋ ਅਬ ਲੋਏ। ਇਹ ਗੱਲਾਂ ਤੇਰੇ ਯੋਗ ਨਹੀਂ ਹਨ, ਇਸ ਲਈ ਤੂੰ ਇਹ ਸਾਹਮਣੇ ਦੇਖ ਲੈ। ਅੰਤਰਜਾਮੀ ਸ੍ਰੀ ਅਰਜਨ ਤਬ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਅੰਤਰਜਾਮੀ ਸਤਿਗੁਰੂ ਉੱਚੋ ਕਰਿਓ ਹਾਥ ਅਰਬਿੰਦੋ। ਮਹਾਰਾਜ ਜੀ ਨੇ ਆਪਣਾ ਹਸਤ ਕਮਲ ਜਿਹੜਾ ਸੀ ਨਾ ਉੱਚਾ ਕੀਤਾ, ਕਿਉਂਕਿ ਸਿੱਖ ਗੁੱਸੇ 'ਚ ਆਏ ਇਹ ਗੱਲ ਸੁਣ ਕੇ। ਜਦੋਂ ਇਹਨੇ ਕਿਹਾ ਮਹਾਰਾਜ ਹੁਣ ਸਾਰੇ ਸਾਹਮਣੇ ਗੱਲ ਆਉਣੀ ਚਾਹੀਦੀ ਹੈ, ਉਹ ਹੰਕਾਰੀ ਹੈ, ਉਹ ਆਪਣੇ ਆਪ ਨੂੰ ਹੰਕਾਰ ਦੇ ਨਾਲ ਚੁਬਾਰਾ ਕਹਿੰਦਾ ਹੈ ਤੇ ਫਿਰ ਚੁਬਾਰੇ ਦੇ ਨਾਲ ਮੱਥਾ ਹੀ ਭੰਨਿਆ ਜਾਂਦਾ ਹੈ ਨਾ, ਤੇ ਅਖੀਰ ਫਿਰ ਡਿੱਗ ਕੇ ਮੋਰੀ ਵਿੱਚ ਤੇ ਫਿਰ ਪਛਤਾਉਂਦਾ ਹੀ ਹੈ। ਤੇ ਉਸ ਵੇਲੇ ਮਹਾਰਾਜ ਇਹ ਗੱਲਾਂ ਸੁਣ ਕੇ ਸਿੱਖ ਦੀਆਂ ਤੇ ਕੁਝ ਸੰਗਤਾਂ ਨਿਰਾਸ਼ ਹੋਈਆਂ, ਉਹਨੂੰ ਉੱਚੀ ਗੁੱਸੇ ਵਿੱਚ ਆ ਕਰਕੇ ਬੋਲਣ ਲੱਗੀਆਂ। ਪਰ ਗੁਰੂ ਸਾਹਿਬ ਜੀ ਨੇ ਆਪਣਾ ਹੱਥ ਉੱਚਾ ਚੁੱਕ ਕੇ ਸਿੱਖਾਂ ਨੂੰ ਰੋਕ ਦਿੱਤਾ। ਧੀਰਜ ਧਰੋ ਕਰਹੇ ਹਮੇ ਆਸੀ। ਸਤਿਗੁਰੂ ਜੀ ਕਹਿੰਦੇ ਧੀਰਜ ਰੱਖੋ, ਹੌਸਲਾ ਰੱਖੋ, ਜਿਸ ਤਰ੍ਹਾਂ ਸੰਗਤ ਦੀ ਮਰਜ਼ੀ ਹੋਵੇਗੀ ਅਸੀਂ ਉਸੇ ਤਰ੍ਹਾਂ ਕਰਾਂਗੇ। ਬੈਠੇ ਗਾਵੋ ਗੁਣ ਗੋਬਿੰਦੋ। ਤੁਸੀਂ ਇੱਥੇ ਬੈਠੇ ਅਕਾਲ ਪੁਰਖ ਦੇ ਗੁਣ ਗਾਓ। ਇਹ ਅਵਸਥਾ ਗੁਰੂ ਸਾਹਿਬ ਜੀ ਦੀ ਆਪਣੀ ਹੈ ਤੇ ਮਹਾਰਾਜ ਜੀ ਨੇ ਸਿੱਖਾਂ ਨੂੰ ਵੀ ਇਹੋ ਅਵਸਥਾ ਜਿਹੜੀ ਹੈ ਨਾ ਉਹ ਦਿੱਤੀ ਹੈ ਕਿ ਸੁੱਖ ਵੇਲੇ ਦੁੱਖ ਵੇਲੇ ਕਿਸੇ ਤਰ੍ਹਾਂ ਦਾ ਸਮਾਂ ਹੋਵੇ ਅਕਾਲ ਪੁਰਖ ਦੇ ਗੁਣ ਗਾਉਣੇ ਨਹੀਂ ਛੱਡਣੇ। ਕਿਉਂ? ਕਰਮਾਂ ਕਰਕੇ ਦੁੱਖ ਆਇਆ ਜੇ ਹੋਵੇ ਸਰੀਰ ਤੇ, ਪਰ ਜੇ ਸ਼ਬਦ ਦੀ ਟੇਕ ਲਈਏ ਤੇ ਫਿਰ ਆਤਮਾ ਕਦੇ ਦੁਖੀ ਨਹੀਂ ਹੁੰਦੀ, ਆਤਮਾ ਹਮੇਸ਼ਾ ਪ੍ਰਸੰਨ ਰਹਿੰਦੀ। ਕਿਉਂਕਿ ਆਤਮਾ ਦੀ ਖੁਰਾਕ ਤੇ ਬਾਣੀ ਹੈ, ਆਤਮਾ ਦੀ ਖੁਰਾਕ ਤੇ ਕੀਰਤਨ ਹੈ, ਆਤਮਾ ਦੀ ਖੁਰਾਕ ਤੇ ਅਕਾਲ ਪੁਰਖ ਪ੍ਰਮਾਤਮਾ ਦੀ ਉਸਤਤ ਹੈ, ਉਹਦਾ ਸਿਮਰਨ ਹੈ। ਤੇ ਜੇ ਆਤਮਾ ਨੂੰ ਉਹਦੀ ਖੁਰਾਕ ਮਿਲ ਗਈ, ਸਰੀਰ ਦੇ ਉੱਤੇ ਕਿਸੇ ਤਰ੍ਹਾਂ ਦਾ ਵੀ ਸਮਾਂ ਆਵੇ, ਉਹ ਫਿਰ ਬੇਪਰਵਾਹ ਜਿਹੜੇ ਹਨ ਸਦਾ ਰੰਗ ਹਰ ਕੇ, ਉਹ ਕਦੇ ਇਸ ਤਰ੍ਹਾਂ ਦੇ ਆਏ ਹੋਏ ਸਮੇਂ ਦੀ ਪਰਵਾਹ ਨਹੀਂ ਕਰਦੇ। ਮਹਾਰਾਜ ਨੇ ਇਸ ਲਈ ਕਿਹਾ ਗੁਰਸਿੱਖੋ ਚਿੰਤਾ ਨਾ ਕਰੋ, ਬੈਠੇ ਹੋਏ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਵੋ। ਹੋਏ ਕੰਤ ਬਰਤੰਤ ਪੜਿਓ ਸਭ। ਸਤਿਗੁਰੂ ਜੀ ਨੇ ਸਿੱਖ ਦੀ ਬੇਨਤੀ ਨੂੰ ਮੰਨਿਆ। ਇਕਾਂਤ ਵਿੱਚ ਮਹਾਰਾਜ ਜੀ ਨੇ ਇਕੱਲਿਆਂ ਉਹ ਸਾਰੀ ਜਿਹੜੀ ਪੱਤਰਕਾ ਸੀ, ਚਿੱਠੀ ਸੀ, ਉਹ ਪੜ੍ਹੀ ਹੈ। ਲਖੀ ਖੁਟਾਈ ਕੀਨ ਜੋ ਮੰਦ। ਵੈਸੇ ਅੰਤਰਜਾਮੀ ਸਤਿਗੁਰੂ ਤਾਂ ਸਭ ਜਾਣਦੇ ਨੇ, ਪਰ ਹੁਣ ਇਹ ਗੱਲ ਸਾਰੇ ਵਿੱਚ ਪ੍ਰਗਟ ਹੋਣੀ ਹੈ। ਇਸ ਲਈ ਗੁਰੂ ਸਾਹਿਬ ਜੀ ਨੇ ਜਾਣਿਆ ਕਿ ਖੋਟੀ ਮੰਦੀ ਮੱਤ ਵਾਲੇ ਨੇ ਮਾੜਾ ਕਰਮ ਕੀਤਾ ਹੈ। ਸਭ ਸੰਗਤ ਕੋ ਇਹੀ ਮਨੋਰਥ। ਸਾਰੀ ਸੰਗਤ ਜਿਹੜੀ ਦਿੱਲੀ ਦੀ ਹੈ, ਉਹਨਾਂ ਸੰਗਤਾਂ ਦਾ ਇਹੋ ਮਨੋਰਥ ਹੈ, ਇਹੋ ਸਲਾਹ ਹੈ ਨਹ ਨਾਤਾ ਲੀਜਾ ਜਗ ਬੰਦ। ਕਿ ਜਗਤ ਦੇ ਨਮਸਕਾਰ ਕਰਨ ਯੋਗ ਸਤਿਗੁਰੂ ਜੀ, ਇਹ ਜਿਹੜਾ ਰਿਸ਼ਤਾ ਹੈ ਇਹ ਤੁਸੀਂ ਨਾ ਲਿਓ। ਇਹ ਸਤਿਗੁਰੂ ਜੀ ਨੇ ਪੱਤਰਕਾ ਚਿੱਠੀ ਵਿੱਚੋਂ ਪੜ੍ਹਿਆ ਕਿ ਸਾਰੀ ਸੰਗਤ ਦਾ ਇਹੋ ਮਨੋਰਥ ਹੈ, ਸਾਰੀ ਸੰਗਤ ਦੀ ਇਹੋ ਇੱਛਾ ਹੈ ਕਿ ਇਸ ਪਾਪੀ ਦੀ ਧੀ ਦਾ ਰਿਸ਼ਤਾ ਜਿਹੜਾ ਉਹ ਤੁਸੀਂ ਨਹੀਂ ਲੈਣਾ। ਪਾਠੇ ਅਰਦਾਸ ਸਭਾ ਮਹਿ ਆਈ। ਸਤਿਗੁਰੂ ਜੀ ਦਿੱਲੀ ਦੀ ਸੰਗਤ ਦੀ ਭੇਜੀ ਹੋਈ ਪੱਤਰਕਾ ਚਿੱਠੀ ਪੜ੍ਹ ਕੇ ਫਿਰ ਮਹਾਰਾਜ ਜਿੱਥੇ ਸੰਗਤ ਦੀ ਸਭਾ ਲੱਗੀ ਹੈ ਉੱਥੇ ਆ ਗਏ ਹਨ। ਫੇਰ ਉਠੇ ਮਾਨਵ ਸਮੁਦਾਇ। ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਫਿਰ ਆਇਆ ਜਾਣ ਕੇ ਸਾਰੀ ਸੰਗਤ ਸਤਿਕਾਰ ਲਈ ਉੱਠੀ ਹੈ। ਸਾਧ ਸੰਗਤ ਇਹ ਚੀਜ਼ਾਂ ਤੇ ਜਦੋਂ ਕਿਤੇ ਸਕੂਲਾਂ 'ਚ ਬੱਚਾ ਪੜ੍ਹਦਾ ਹੈ ਨਾ, ਤੇ ਉਦੋਂ ਵੀ ਸਿਖਾਈਆਂ ਜਾਂਦੀਆਂ ਨੇ ਕਿ ਜਦੋਂ ਕਿਤੇ ਟੀਚਰ ਅਧਿਆਪਕ ਆਵੇ ਤੇ ਜੇ ਚਲਾ ਜਾਵੇ ਫਿਰ ਦੁਬਾਰਾ ਆਵੇ,
ਫਿਰ ਸਾਰੇ ਵਿਦਿਆਰਥੀ ਉੱਠ ਕੇ ਉਹਨੂੰ ਸਤਿਕਾਰ ਦਿੰਦੇ ਸੀ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਅਦਬ ਦੇ ਵਿੱਚ ਜਿੰਨੀ ਵਾਰੀ ਆਪਾਂ ਹਜ਼ੂਰੀ ਵਿੱਚ ਆਈਏ ਨਮਸਕਾਰ ਕਰਨੀ, ਤੇ ਜਾਂ ਜੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਹੋਣ ਤੇ ਉੱਠ ਕੇ ਜ਼ਰੂਰ ਗੁਰੂ ਸਾਹਿਬ ਜੀ ਨੂੰ ਸਤਿਕਾਰ ਦੇ ਨਾਲ ਨਮਸਕਾਰ ਕਰਨੀ। ਸਤਿਗੁਰੂ ਫਿਰ ਸੰਗਤ ਵਿੱਚ ਆਏ ਨੇ, ਸਾਰੀ ਸੰਗਤ ਨੇ ਉੱਠ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਹੈ। ਨਿਜ ਗਾਦੀ ਪਰ ਬੈਠ ਬਿਰਾਜੀ, ਸਤਿਗੁਰੂ ਜੀ ਗੱਦੀ ਦੇ ਉੱਤੇ ਆ ਕੇ, ਸਿੰਘਾਸਨ ਦੇ ਉੱਤੇ ਆ ਕੇ ਬਿਰਾਜ ਗਏ ਹਨ। ਜਗਤ ਗੁਰੂ ਸਿੱਖਿਆਨ ਸੁਖਦਾਏ। ਹਾਂ, ਜਗਤ ਗੁਰੂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ। ਮਹਾਦੇਵ ਆਦਿਕ ਸੋ ਬੂਝਿਓ। ਬਾਬਾ ਮਹਾਦੇਵ ਸਤਿਗੁਰੂ ਜੀ ਦੇ ਵੱਡੇ ਭਰਾ ਨੇ, ਤੇ ਮਹਾਰਾਜ ਨੇ ਸ਼ਗਨ ਨੂੰ ਲਾਉਣ ਤੋਂ ਪਹਿਲਾਂ, ਸਾਰੀਆਂ ਰਸਮਾਂ ਤੋਂ ਪਹਿਲਾਂ ਬਾਬਾ ਮਹਾਦੇਵ ਜੀ ਨੂੰ ਘਰੋਂ ਬੁਲਾਇਆ ਸੀ, ਤੇ ਬੁਲਾ ਕੇ ਸੰਗਤ ਵਿੱਚ ਲਿਆ ਕੇ ਬਿਠਾ ਕੇ ਬੜਾ ਸਤਿਕਾਰ ਦਿੱਤਾ। ਹੁਣ ਫਿਰ ਸਤਿਗੁਰੂ ਜੀ ਨੇ ਸਾਰਾ ਬਿਰਤਾਂਤ ਪੜ੍ਹਿਆ ਹੈ। ਦਿੱਲੀ ਦੀ ਸਿੱਖ ਸੰਗਤ ਨੇ ਲਿਖ ਕੇ ਭੇਜਿਆ, ਜੋ ਉਹ ਪੜ੍ਹ ਕੇ ਸਤਿਗੁਰੂ ਫਿਰ ਆ ਗਏ, ਸਿੰਘਾਸਨ ਤੇ ਬੈਠੇ ਨੇ। ਫਿਰ ਬਾਬਾ ਮਹਾਦੇਵ ਜੀ ਨੂੰ ਸਤਿਗੁਰੂ ਜੀ ਪੁੱਛਣ ਲੱਗੇ ਹਨ, ਖਤਰੇ ਦੁਸ਼ਟ ਸੰਘਾਰ ਵਧਾਏ। ਮਹਾਰਾਜ ਜੀ ਕਹਿਣ ਲੱਗੇ, ਬਾਬਾ ਜੀ ਵੱਡੇ ਨੇ ਨਾ ਬਾਬਾ ਮਹਾਦੇਵ, ਕਹਿੰਦੇ ਹਨ ਦੇਖੋ ਜਿਹੜਾ ਚੰਦੂ ਹੈ ਨਾ, ਇਹ ਵੱਡਾ ਦੁਸ਼ਟ ਹੈ। ਕਿਉਂ ਦੁਸ਼ਟ ਹੈ? ਜਿਹੜਾ ਹੰਕਾਰ ਕਰੇ, ਭਾਵੇਂ ਧਨ ਦਾ, ਭਾਵੇਂ ਬੁੱਧੀ ਦਾ, ਭਾਵੇਂ ਗੁਣਾਂ ਦਾ, ਭਾਵੇਂ ਅਹੁਦੇ ਦਾ, ਉਹਨੂੰ ਮਹਾਰਾਜ ਦੀ ਬਾਣੀ ਨੇ ਮੂਰਖ ਹੀ ਕਿਹਾ ਹੈ। ਪੜ੍ਹਿਆ ਮੂਰਖ ਆਖੀ ਹੈ। ਕਿਉਂ ਕਿਹਾ? ਪੜ੍ਹ ਕੇ ਬਹੁਤਾ ਮਾਣ ਕੀਤਾ, ਹੰਕਾਰ ਕੀਤਾ ਕਿ ਮੈਂ ਹੀ ਬੜਾ ਵਿਦਵਾਨ, ਮੈਂ ਹੀ ਵੱਡਾ ਗਿਆਨੀ, ਮੈਂ ਬਹੁਤ ਧਨਾੜ ਹਾਂ, ਮੇਰੇ ਕੋਲ ਬਹੁਤ ਉੱਚਾ ਅਹੁਦਾ ਹੈ। ਤੇ ਗੁਰਦੇਵ ਕਹਿੰਦੇ ਵੱਡੀ ਮੂਰਖਤਾ ਹੈ। ਇੱਥੇ ਤਾਂ ਤੇਰੇ ਤੋਂ ਵੱਡੇ ਵੱਡੇ ਵਿਦਵਾਨ, ਵੱਡੇ ਤੋਂ ਵੱਡੇ ਸਿਆਣੇ, ਵੱਡੇ ਤੋਂ ਵੱਡੇ ਧਨਾੜ ਪੁਰਸ਼ ਹੋ ਕੇ ਚਲੇ ਗਏ ਨੇ, ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਲੈ ਕੇ ਕੁਝ ਵੀ ਨਹੀਂ ਗਏ। ਇਸ ਲਈ ਨਾ ਸਿਆਣਪਾਂ ਦਾ ਟੋਕਰਾ ਜਿਹੜਾ ਚੁੱਕਿਆ, ਨਾ ਉਹ ਤੇਰੇ ਨਾਲ ਜਾਣਾ, ਤੇ ਨਾ ਹੀ ਤੇਰੇ ਨਾਲ ਧਨ ਇਕੱਠਾ ਕਰਕੇ ਬੈਠੇ ਸਿਰ ਤੇ ਚੁੱਕ ਕੇ ਤੇਰੇ ਨਾਲ ਜਾਣਾ ਤੇ ਉਹੀ ਹੈ ਜਿਹਨੇ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਲਿਆ, ਕਮਾਈ ਕੀਤੀ, ਸਿਮਰਨ ਭਜਨ ਕੀਤਾ, ਉਹੀ ਨਾਲ ਜਾਵੇਗਾ ਤੇ ਫਿਰ ਉਹਦਾ ਹੀ ਸਤਿਕਾਰ ਹੁੰਦਾ ਹੈ। ਨਹੀਂ ਤਾਂ ਫਿਰ ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ, ਰਾਮ ਸਿਮਰ ਪਛਤਾਹੇਗਾ ਮਨ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਆ ਕੇ ਕਹਿੰਦੇ ਬਾਬਾ ਮਹਾਦੇਵ ਜੀ, ਮਹਾਰਾਜ ਕਹਿੰਦੇ ਹਨ, ਮਹਾਦੇਵ ਆਦਿਕ ਸੋ ਬੂਝਿਓ, ਖੱਤਰੀ ਦੁਸ਼ਟ ਹੰਕਾਰ ਵਧਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਹੰਕਾਰੀ ਜਿਹੜਾ ਚੰਦੂ ਹੈ ਨਾ, ਇਹ ਆਪਣੀ ਜਾਤ ਦਾ ਹੀ ਹੰਕਾਰ ਕਰੀ ਜਾ ਰਿਹਾ ਹੈ। ਵੈਸੇ ਹੈ ਤਾਂ ਗੁਰੂ ਸਾਹਿਬ ਮਹਾਰਾਜ ਵੀ ਉਸੇ ਵੰਸ਼ ਵਿੱਚੋਂ ਨੇ, ਪਰ ਸਤਿਗੁਰੂ ਜੀ ਦਾ ਸੋਢ ਵੰਸ਼, ਤੇ ਇਹ ਕਹਿੰਦਾ ਹੈ ਕਿ ਇਹਨਾਂ ਦਾ ਜਿਹੜਾ ਵੰਸ਼ ਹੈ ਸੋਢ ਵੰਸ਼, ਇਹ 2.5 ਘਰ ਖੱਤਰੀ, ਇਹ ਸ਼ਰੀਣ ਖੱਤਰੀ ਤੇ ਅਸੀਂ 2.5 ਘਰ ਖੱਤਰੀ, ਅਸੀਂ ਉੱਚੇ ਖੱਤਰੀ ਹਾਂ। ਇਹਨੂੰ ਸਿਰਫ ਆਪਣੀ ਜਾਤ ਦਾ ਹੀ ਹੰਕਾਰ ਹੈ। ਬੋਲ ਵਿਗਾੜ ਵਿਸਾਲ ਭਇਓ ਬਹੁ। ਇਸ ਮੂਰਖ ਨੇ ਜਿਹੜਾ ਬੋਲ ਕੇ ਵਿਗਾੜ ਪਾਇਆ ਹੈ, ਇਹ ਬਹੁਤ ਵੱਡਾ ਹੁਣ ਵਿਗਾੜ ਪੈ ਚੁੱਕਿਆ ਹੈ। ਮਹਿਨਾ ਤੋ ਲੈਨੋ ਬਣ ਆਏ। ਮਹਾਰਾਜ ਕਹਿੰਦੇ ਇਸ ਹੰਕਾਰੀ ਦਾ ਹੁਣ ਨਾਤਾ ਲੈਣਾ, ਜਿਹੜਾ ਰਿਸ਼ਤਾ ਲੈਣਾ ਨਹੀਂ ਬਣਦਾ। ਮਹਾਦੇਵ ਬਿਰਧ ਸ਼ਾਲੋ ਆਦਿਕ। ਬਾਬਾ ਮਹਾਦੇਵ, ਬਾਬਾ ਬੁੱਢਾ ਸਾਹਿਬ, ਭਾਈ ਸ਼ਾਲੋ ਜੀ ਅਤੇ ਆਦ ਹੋਰ ਜਿਹੜੇ ਸਿੱਖ ਸਨ, ਸਭਨ ਸਲਾਹ ਦਈ ਤਿਸ ਭਾਏ। ਸਾਰਿਆਂ ਸਿੱਖਾਂ ਨੇ ਸੁਣ ਕੇ ਨਾ ਗੁਰੂ ਸਾਹਿਬ ਜੀ ਤੋਂ ਇਹ ਬਚਨ, ਸਾਰੇ ਹੀ ਫਿਰ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ, ਰਾਵਰ ਜਾਣਤ ਮੂੜ ਗੁਮਾਨੀ। ਕਹਿੰਦੇ ਮਹਾਰਾਜ ਤੁਸੀਂ ਤਾਂ ਜਾਣ ਹੀ ਗਏ ਹੋ ਕਿ ਇਹ ਚੰਦੂ ਵੱਡਾ ਮੂਰਖ ਹੈ, ਵੱਡਾ ਹੰਕਾਰੀ ਹੈ। ਇਹ ਸਬੰਧ ਨੀਕੋ ਨਾ ਸੁਹਾਏ। ਫਿਰ ਹੰਕਾਰੀ ਬੰਦੇ ਦੇ ਨਾਲ ਜਿਹੜਾ ਰਿਸ਼ਤਾ ਜੋੜਨਾ ਇਹ ਚੰਗਾ ਨਹੀਂ ਹੁੰਦਾ। ਇਹ ਤਾਂ ਸਾਨੂੰ ਹੁਣ ਪਤਾ ਲੱਗ ਹੀ ਗਿਆ ਏ। ਗ੍ਰਹਿ ਅਭਖੇਕਕ ਬੋਲਿਓ ਪਾਂਦਾ। ਹੁਣ ਜਿਹੜਾ ਪਾਂਦਾ ਬ੍ਰਾਹਮਣ ਬੈਠਾ ਸੀ, ਜਿਹੜਾ ਚੰਦੂ ਦਾ ਭੇਜਿਆ ਹੋਇਆ ਸ਼ਗਨ ਦਾ ਟਿੱਕਾ ਲਾਉਣ ਵਾਸਤੇ ਤਿਆਰ ਸੀ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੂੰ, ਉਸ ਵੇਲੇ ਉਹਨੇ ਆਪਣੀਆਂ ਸਾਰੀਆਂ ਜਿਹੜੀਆਂ ਰਸਮਾਂ ਉਹ ਕੀਤੀਆਂ ਹੋਈਆਂ ਸਨ। ਉਹ ਬ੍ਰਾਹਮਣ ਕਹਿਣ ਲੱਗਾ, ਸੁੰਦਰ ਸਮੋਨਾ ਇਹ ਬਿਤ ਜਾਏ। ਕਹਿਣ ਲੱਗਾ ਛੇਤੀ ਕਰੋ, ਛੇਤੀ ਕਰੋ, ਇਹ ਸੋਹਣਾ ਸਮਾਂ ਜਿਹੜਾ ਇੱਕ ਤੇ ਨਿਕਲ ਨਾ ਜਾਵੇ। ਚਲੋ ਸੋਹਣਾ ਸਮਾਂ ਤੇ ਮਾੜਾ ਸਮਾਂ, ਮਾੜਾ ਸਮਾਂ ਉਹਦੇ ਲਈ ਹੋ ਸਕਦਾ ਹੈ ਜਿਹੜਾ ਅਕਾਲ ਪੁਰਖ ਦੀ ਟੇਕ ਨਹੀਂ ਰਹਿ ਰਿਹਾ, ਕਿਉਂਕਿ ਗੁਰੂ ਸਾਹਿਬ ਜੀ ਨੇ ਇਹ ਬਚਨ ਸਾਨੂੰ ਕਹੇ ਹਨ। ਮਹਾਰਾਜ ਕਹਿੰਦੇ ਹਨ ਕਿ ਸਮਾਂ ਜਿਹੜਾ ਹੈ ਉਹ ਮਾੜਾ ਹੈ ਜਦੋਂ ਪ੍ਰਮਾਤਮਾ ਦੀ ਯਾਦ ਭੁੱਲ ਜਾਵੇ, ਤੇ ਜੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਹਿਰਦੇ ਵਿੱਚ ਵਸੀ ਹੈ ਤੇ ਫਿਰ ਕਿਸੇ ਤਰ੍ਹਾਂ ਦਾ ਵੀ ਸਮਾਂ ਹੋਵੇ ਸਾਰਾ ਹੀ ਭਲਾ ਹੈ। ਥਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਇਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਆਪਣੇ ਹੀ ਵੇਸ ਨੇ, ਪਰ ਜਿਹੜਾ ਨਾਮ ਜਪਦਾ ਹੈ ਉਹਦੇ ਲਈ ਸਾਰੀ ਘੜੀ ਸੁਲੱਖਣੀ, ਉਹਦੇ ਲਈ ਸਾਰੇ ਜਿਹੜੇ ਸਮੇਂ ਨੇ ਸਾਰੀਆਂ ਘੜੀਆਂ ਚੰਗੀਆਂ ਹਨ। ਚੰਗੇ ਮਾੜੇ ਦਿਨ ਦੀ, ਚੰਗੇ ਮਾੜੇ ਸਮੇਂ ਦੀ ਵਿਚਾਰ ਉਹ ਕਰਦੇ ਨੇ।
ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਟੇਕ ਨਹੀਂ ਲੈਂਦੇ। ਪਰ ਗੁਰੂ ਕੇ ਸਿੱਖਾਂ ਨੂੰ ਤਾਂ ਮਹਾਰਾਜ ਨੇ ਕਿਹਾ ਅਰਦਾਸ ਕਰੋ, ਅਰਦਾਸ ਕਰਨ ਤੋਂ ਬਾਅਦ ਕਾਰਜ ਆਰੰਭ ਕਰੋ। ਨਾ ਦਿਨ ਦੀ ਨਾ ਸਮੇਂ ਦੀ ਵਿਚਾਰ ਜਿਹੜੀ ਉਹ ਨਹੀਂ ਕਰਨੀ। ਅਰਦਾਸ ਤਾਂ ਆਪਾਂ ਕਰਦੇ ਹਾਂ, ਪਰ ਕਈ ਵਾਰੀ ਮਨਾਂ ਦੇ ਵਿੱਚ ਇਹ ਵੀ ਵਿਚਾਰਾਂ ਚੱਲਦੀਆਂ ਰਹਿੰਦੀਆਂ ਨੇ ਕਿ ਅੱਜ ਵਾਰ ਕਿਹੜਾ ਸੀ, ਅੱਜ ਸਮਾਂ ਕਿਹੜਾ ਸੀ। ਤੇ ਜੇ ਦੋਵੇਂ ਪਾਸੇ ਪੈਰ ਰੱਖਾਂਗੇ ਤੇ ਭਾਈ ਗੁਰਦਾਸ ਜੀ ਕਹਿੰਦੇ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਪਾਰ ਨਹੀਂ ਹੁੰਦਾ। ਜੇ ਗੁਰੂ ਤੇ ਭਰੋਸਾ ਹੈ ਤੇ ਫਿਰ ਨਿਸ਼ਚਾ ਭਰੋਸਾ ਇੱਕ ਅਕਾਲ ਪੁਰਖ ਤੇ ਰੱਖੀਏ ਤੇ ਫਿਰ ਗੁਰੂ ਸਾਹਿਬ ਆਪ ਸਹਾਈ ਹੁੰਦੇ ਨੇ। ਤੇ ਫਿਰ ਆਪਾਂ ਕਹਿੰਦੇ ਹਾਂ ਕਾਰਜਾਂ ਵਿੱਚ ਆ ਵਿਘਨ, ਕਿਉਂਕਿ ਮਨ ਵਿੱਚ ਉਹ ਵੀ ਦੁਚਤੀ ਵੀ ਚੱਲ ਰਹੀ ਹੈ ਕਿ ਅੱਜ ਫਲਾਣਾ ਸਮਾਂ ਫਲਾਣਾ ਵਾਰ, ਵਹਿਮ ਭਰਮ ਵੀ ਸਾਰੇ ਨਾਲ ਚੱਲ ਰਹੇ ਨੇ। ਉਹ ਕਹਿਣ ਨੂੰ ਕਹਾਉਣ ਨੂੰ ਆਪਾਂ ਗੁਰੂ ਕੇ ਹਾਂ, ਪਰ ਜਿਹੜਾ ਗੁਰੂ ਕਾ ਹੈ ਉਹ ਹਮੇਸ਼ਾ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦਿੰਦਾ, ਇੱਕ ਆਸ ਭਰੋਸਾ ਆਪਣੇ ਖਸਮ ਦਾ ਰੱਖਦਾ ਹੈ। ਉਸ ਵੇਲੇ ਬ੍ਰਾਹਮਣ ਬੈਠਾ ਸੀ, ਕਹਿਣ ਲੱਗਾ ਛੇਤੀ ਕਰੋ ਸ਼ਗਨ ਲਾਈਏ, ਕਿਉਂਕਿ ਜਿਹੜਾ ਚੰਗਾ ਸਮਾਂ ਹੈ ਉਹ ਨਿਕਲਦਾ ਜਾ ਰਿਹਾ ਹੈ। ਤਿਲਕ ਕਰਾਵੋ ਆਪ ਨਿਜ ਸੁਤ ਕੇ, ਆਪਣੇ ਪੁੱਤਰ ਹਰਗੋਬਿੰਦ ਸਾਹਿਬ ਦੇ ਜਿਹੜਾ ਸ਼ਗਨ ਦਾ ਟਿੱਕਾ ਉਹ ਲਵਾ ਲਾਓ। ਬਣੇ ਸੰਬੰਧ ਬਿਗਨ ਬਿਨ ਸਾਏ, ਇਹ ਸੰਬੰਧ ਜਿਹੜਾ ਜੁੜ ਜਾਵੇ, ਬਣ ਜਾਵੇ ਤੇ ਸਾਰੇ ਜਿਹੜੇ ਵਿਘਨ ਹਨ ਉਹ ਨਾਸ਼ ਹੋ ਜਾਣਗੇ। ਦੇਹੁ ਆਇਸ ਦਿਜ ਕਰਹਿ ਸ਼ਗੁਨ ਕੋ, ਤੇ ਉਸ ਵੇਲੇ ਜਿਹੜੀ ਸੀ ਆਗਿਆ ਦੇਹੁ ਆਇਸ, ਕਹਿਣ ਲੱਗੇ ਮਹਾਰਾਜ ਤੁਸੀਂ ਆਗਿਆ ਦਿਓ, ਇਹ ਅਸੀਂ ਸ਼ਗਨ ਲਾ ਦਈਏ। ਸਭ ਕੀ ਲਾਲਸ ਪੂਰੀ ਹੋਏ, ਤੇ ਜਿੰਨੇ ਵੀ ਲੋਕ ਚੱਲ ਕੇ ਆਏ ਨੇ ਸਾਰਿਆਂ ਦੀ ਆਸਾ ਪੂਰੀ ਹੋ ਜਾਵੇ। ਭਏ ਬਿਰੁਖ ਸ੍ਰੀ ਅਰਜੁਨ ਬੋਲੇ, ਪਰ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸੁਣ ਕੇ ਕਹਿਣ ਲੱਗੇ ਤਿਸ ਕੀ ਸਮਤਾ ਹਮੇ ਨਾ ਜੋਏ। ਮਹਾਰਾਜ ਕਹਿੰਦੇ ਫਿਰ ਜਿਹਦੇ ਨਾਲ ਤੁਸੀਂ ਸਾਨੂੰ ਜੋੜਨਾ ਚਾਹੁੰਦੇ ਹੋ ਨਾ, ਉਹਦੇ ਨਾਲ ਬਰਾਬਰੀ ਸਾਨੂੰ ਦਿਖਦੀ ਨਹੀਂ। ਬਰਾਬਰੀ ਇਹ ਨਹੀਂ ਕਿ ਗੁਰੂ ਸਾਹਿਬ ਜਾਂ ਗੁਰੂ ਘਰ ਕਿਸੇ ਗੱਲੋਂ ਛੋਟਾ ਹੈ, ਉਹ ਤਾਂ ਕਈ ਬਾਦਸ਼ਾਹ ਆਏ ਤੇ ਚਲੇ ਗਏ, ਪਰ ਗੁਰੂ ਘਰ ਦਾ ਪ੍ਰਤਾਪ ਤੇ ਉਸੇ ਤਰ੍ਹਾਂ ਹੀ ਦਿਨ ਪ੍ਰਤੀ ਦਿਨ ਵੱਧਦਾ ਹੀ ਜਾਂਦਾ ਹੈ ਨਾ। ਮਹਾਰਾਜ ਕਹਿੰਦੇ ਬਰਾਬਰੀ ਤਾਂ ਨਹੀਂ ਦਿਖਦੀ ਕਿਉਂਕਿ ਉਹ ਤਾਂ ਹੰਕਾਰੀ ਹੈ, ਤੇ ਇਧਰ ਗੁਰੂ ਘਰ ਜਿਹੜੀ ਹੈ ਉਹ ਨਿਮਰਤਾ ਹੈ। ਮਹਾਰਾਜ ਨੇ ਹਰਿਮੰਦਰ ਸਾਹਿਬ ਦੀ ਰਚਨਾ ਹੀ ਐਸੀ ਕੀਤੀ ਹੈ, ਪੌੜੀਆਂ ਉਤਰ ਕੇ ਅੰਦਰ ਆਓ, ਇੱਕ ਇੱਕ ਪੌੜੀ ਉਤਰੋ ਤੇ ਅੰਦਰ ਨਿਮਰਤਾ ਵਿੱਚ ਆਉਂਦੇ ਜਾਓ, ਤੇ ਸਾਰੀ ਹੰਕਾਰ ਦੀ ਪੰਡ ਉਹ ਬਾਹਰ ਰੱਖ ਕੇ ਆਉਣੀ। ਇਸ ਲਈ ਸਤਿਗੁਰੂ ਜੀ ਕਹਿੰਦੇ ਦੇਖ ਬ੍ਰਾਹਮਣ ਨੂੰ, ਕਹਿੰਦਾ ਛੇਤੀ ਕਰੋ ਮਹਾਰਾਜ ਸਮਾਂ ਨਿਕਲਦਾ ਜਾ ਰਿਹਾ, ਸ਼ਗਨ ਲਾ ਦਈਏ ਸਾਰੇ ਵਿਘਨ ਦੂਰ ਹੋ ਜਾਣਗੇ। ਸਤਿਗੁਰੂ ਕਹਿੰਦੇ ਨਹੀਂ, ਜਿਹਦੇ ਨਾਲ ਤੁਸੀਂ ਜੋੜ ਰਹੇ ਹੋ ਉਹਦੇ ਨਾਲ ਸਾਡੀ ਬਰਾਬਰੀ ਨਹੀਂ ਦਿਖਦੀ। ਲਾਭੋ ਉਚਿਤ ਨਹੀਂ ਇਹ ਨਾਤਾ, ਇਹ ਜਿਹੜਾ ਨਾਤਾ ਰਿਸ਼ਤਾ ਹੈ ਇਹ ਲੈਣ ਯੋਗ ਨਹੀਂ ਹੈ। ਜਾਤ ਦਰਬ ਹੰਕਾਰੀ ਸੋਏ, ਕਿਉਂਕਿ ਉਸ ਨੂੰ ਆਪਣੀ ਜਾਤ ਦਾ ਤੇ ਧਨ ਦਾ ਹੰਕਾਰ ਹੈ। ਉੱਚੋ ਬਣਿਓ ਚੁਬਾਰਾ ਮਦ ਤੇ, ਆਪਣੇ ਆਪ ਦੇ ਵਿੱਚ ਹੰਕਾਰ ਦੇ ਵਿੱਚ ਉਹ ਚੁਬਾਰਾ ਬਣਿਆ ਹੈ। ਚਾਹੋਂ ਦਿਸ਼ਟੇ ਦੁਖ ਦੇ ਸਭ ਕੋਏ, ਫਿਰ ਚਾਰੇ ਪਾਸੇ ਸਾਰਿਆਂ ਨੂੰ ਦੁਖੀ ਕਰੇਗਾ, ਕਿਉਂਕਿ ਹੰਕਾਰੀ ਬੰਦਾ ਸਾਰਿਆਂ ਨੂੰ ਦੁੱਖ ਹੀ ਦਿੰਦਾ ਹੈ। ਘਰ ਵਿੱਚ ਪਰਿਵਾਰ ਵਿੱਚ ਜੇ ਜੀ ਸਾਰੇ ਪ੍ਰੇਮ ਦੇ ਨਾਲ ਰਹਿਣ ਤੇ ਉਹਦੇ ਵਰਗਾ ਸੁੱਖ ਕੋਈ ਨਹੀਂ, ਤੇ ਜੇ ਇੱਕ ਜੀ ਵੀ ਦੁੱਖ ਦਾ ਹੀ ਨਿਕਲ ਆਵੇ ਤੇ ਸਾਰੇ ਪਰਿਵਾਰ ਨੂੰ ਹੀ ਦੁੱਖ ਦਿੰਦਾ ਹੈ। ਸਾਰੇ ਸਰੀਰ ਵਿੱਚ ਇੱਕ ਛੋਟਾ ਜਿਹਾ ਕੋਈ ਰੋਗ ਉਤਪੰਨ ਹੋ ਜਾਵੇ ਨਾ ਤੇ ਉਹ ਸਾਰੇ ਸਰੀਰ ਨੂੰ ਹੀ ਜਿਹੜਾ ਹੈ ਉਹ ਨਕਾਰਾ ਕਰ ਦਿੰਦਾ। ਇਸ ਲਈ ਸਤਿਗੁਰੂ ਜੀ ਕਹਿੰਦੇ ਹੰਕਾਰੀ ਦੇ ਨਾਲ ਅਸੀਂ ਰਿਸ਼ਤਾ ਜੋੜ ਕੇ ਕਰਨਾ ਹੀ ਕੀ ਹੈ, ਕਿਉਂਕਿ ਉਹ ਤਾਂ ਸਾਰਿਆਂ ਨੂੰ ਦੁਖਦਾਈ ਹੈ, ਸਾਰਿਆਂ ਦੇ ਵਾਸਤੇ। ਜੋ ਉੱਚੋ ਤੇ ਗਿਰਬੇ ਕੋ ਡਰ, ਜਿਹੜਾ ਉੱਚਾ ਹੁੰਦਾ ਹੈ ਨਾ ਉਹਨੂੰ ਡਿੱਗਣ ਦਾ ਡਰ ਹੁੰਦਾ ਹੈ, ਕਿਤੇ ਡਿੱਗ ਨਾ ਜਾਵਾਂ। ਇਸੇ ਤਰ੍ਹਾਂ ਹੀ ਇਹ ਨਹੀਂ ਕਿ ਗੁਰੂ ਕੇ ਸਿੱਖ ਕੋਲ ਕੁਝ ਹੋਵੇ ਨਾ, ਮਹਾਰਾਜ ਕਹਿੰਦੇ ਹੋਵੇ ਗੁਰੂ ਕੇ ਸਿੱਖ ਕੋਲ ਸਭ ਕੁਝ, ਕਿਉਂਕਿ ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ। ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਤਾਂ ਪਾਤਸ਼ਾਹੀਆਂ ਦਿੱਤੀਆਂ ਨੇ, ਪਰ ਗੁਰੂ ਸਾਹਿਬ ਜੀ ਦੇ ਬਚਨ ਹਨ ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ, ਗਰੀਬੀ ਵੇਸ। ਨਿਮਰਤਾ ਵਿੱਚ ਰਹਿਣਾ। ਭਾਈ ਗੁਰਦਾਸ ਜੀ ਦੇ ਬਚਨ ਹਨ, ਕਹਿੰਦੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਮਾਣ ਹੁੰਦਾ ਹੋਏ ਨਿਮਾਣਾ। ਦੁਨੀਆ ਮਾਣ ਦੇ ਰਹੀ, ਸਤਿਕਾਰ ਦੇ ਰਹੀ, ਪਰ ਉਹ ਨਿਮਾਣੇ ਬਣ ਕੇ ਰਹਿੰਦੇ ਨੇ, ਨਿਮਰਤਾ ਵਿੱਚ ਰਹਿੰਦੇ ਨੇ। ਇਸ ਲਈ ਸਤਿਗੁਰੂ ਜੀ ਕਹਿੰਦੇ ਜਿਹੜਾ ਉੱਚਾ ਹੋਵੇ ਨਾ ਉਹਨੂੰ ਡਿੱਗਣ ਦਾ ਡਰ ਹੁੰਦਾ ਹੈ, ਤੇ ਜਿਹੜਾ ਹੰਕਾਰ ਦੇ ਵਿੱਚ ਫੁੱਲਿਆ ਫਿਰਦਾ ਹੈ ਨਾ ਉਹਦੇ ਪ੍ਰਤੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਾਹੇ ਭਈਆ ਫਿਰ ਤੋਂ ਫੂਲਿਆ ਫੂਲਿਆ, ਜਬ ਦਾ ਸਮਾਸ ਸੁਰਦ ਮੁਖ ਰਹਿਤਾ, ਸੋਧਨ ਕੈਸੇ ਭੂਲਿਆ। ਇਸ ਲਈ ਸਤਿਗੁਰੂ ਜੀ ਕਹਿੰਦੇ ਇਹ ਉੱਚਾ ਬਣਿਆ ਆਪਣੇ ਆਪ 'ਚ ਚੁਬਾਰਾ। ਜਿਹੜਾ ਉੱਚਾ ਹੁੰਦਾ ਉਹਨੂੰ ਡਿੱਗਣ ਦਾ ਡਰ ਹੁੰਦਾ ਹੈ। ਪਰਹੇ ਗਾਜ ਜਰ ਰਹਿ ਨਾ ਜਾਏ, ਕਿਉਂਕਿ ਉੱਚੀ ਇਮਾਰਤ ਦੇ ਉੱਤੇ ਜਦੋਂ ਬਿਜਲੀ ਪੈਂਦੀ ਹੈ ਨਾ ਤੇ ਫਿਰ ਉਹ ਟਿਕਦੀ ਨਹੀਂ,
ਖਲੋਂਦੀ ਨਹੀਂ ਹੈ। ਹਮ ਸਮ ਹਮਕੋ ਆਨ ਮਿਲਹਿ ਕੋ। ਤੇ ਸਤਿਗੁਰੂ ਜੀ ਕਹਿੰਦੇ ਸਾਨੂੰ ਤਾਂ ਸਾਡੇ ਵਰਗਾ ਹੀ ਜਿਹੜਾ ਹੋਵੇਗਾ ਉਹ ਸਾਡੇ ਨਾਲ ਮਿਲੇਗਾ। ਬਣਹੁ ਚੁਬਾਰਾ ਭਾਲ ਪਨਾਏ। ਜਿਹੜਾ ਚੁਬਾਰਾ ਬਣ ਕੇ ਬੈਠਾ ਹੈ ਉਹ ਆਪਣਾ ਮੱਥਾ ਹੀ ਭਨਾਵੇਗਾ। ਸਤਿਗੁਰੂ ਕੋ ਕਰਮਾਨ ਨਿਮਾਨਣਾ। ਜਿਹੜਾ ਗੁਰੂ ਘਰ ਹੈ, ਗੁਰੂ ਨਾਨਕ ਸਾਹਿਬ ਜੀ ਦਾ ਘਰ ਇਹ ਨਿਮਾਣਿਆਂ ਨੂੰ ਮਾਣ ਦਿੰਦਾ ਹੈ। ਜਿਹੜਾ ਇੱਥੇ ਨਿਮਾਣਾ ਬਣ ਕੇ ਆਇਆ ਉਹਨੂੰ ਗੁਰੂ ਸਾਹਿਬ ਜੀ ਨੇ ਪਾਤਸ਼ਾਹੀਆਂ ਦੇ ਦਿੱਤੀਆਂ ਕਿ ਜਿਹੜਾ ਆ ਕੇ ਕਹਿੰਦਾ ਸਤਿਗੁਰੂ ਮੈਂ ਤਾਂ ਕੁਝ ਵੀ ਨਹੀਂ, ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ, ਜਿਹੜਾ ਇਸ ਤਰ੍ਹਾਂ ਆ ਕੇ ਬੇਨਤੀ ਕਰਦਾ ਹੈ ਤੇ ਸਾਹਿਬ ਉਹ ਨਿਮਾਣੇ ਨੂੰ ਬਹੁਤਾ ਮਾਣ ਦਿੰਦਾ ਹੈ। ਮਹਾਰਾਜ ਕਹਿੰਦੇ ਗੁਰੂ ਘਰ ਜਿਹੜਾ ਹੈ ਉਹ ਤਾਂ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ। ਮਾਨੀ ਜਬ ਕਬਲ ਹੈ ਸਜਾਈ। ਪਰ ਜਿਹੜੇ ਹੰਕਾਰੀ ਨੇ ਉਹ ਜਿੱਥੇ ਕਿਤੇ ਲੋਕ ਪਰਲੋਕ ਵਿੱਚ ਸਜ਼ਾ ਹੀ ਭੁਗਤਦੇ ਹਨ। ਨਮਰ ਹੋਏ ਨਮਰਨ ਸੋ ਮਿਲਹਿ। ਜਿਹੜਾ ਸਨਿਮਰ ਹੋਵੇਗਾ ਉਹ ਸਨਿਮਰ ਦੇ ਨਾਲ ਅਸੀਂ ਮਿਲਾਂਗੇ। ਦੋਹ ਦਿਸ਼ ਰਸ ਰਹਿ ਪ੍ਰਮੁੱਧ ਉਪਾਈ। ਫਿਰ ਦੋਵੇਂ ਪਾਸੇ ਰਸ ਰਹਿੰਦਾ ਹੈ ਤੇ ਖੁਸ਼ੀ ਮਿਲਦੀ ਹੈ, ਕਿਉਂਕਿ ਜੇ ਦੋਵੇਂ ਪਰਿਵਾਰ ਇੱਕ ਜੇ ਹੋਣ ਤੇ ਫਿਰ ਦੋਵਾਂ ਦੀ ਆਪਸ ਵਿੱਚ ਰਸ ਰਲੀ ਰਹਿੰਦੀ ਹੈ ਤੇ ਫਿਰ ਦੋਵਾਂ ਪਰਿਵਾਰਾਂ ਵਿੱਚ ਖੁਸ਼ੀ ਬਣੀ ਰਹਿੰਦੀ ਹੈ। ਇਹ ਨਹੀਂ ਕਿ ਇੱਕ ਕੋਲ ਜਿਹੜਾ ਹੈ ਉਹ ਬਹੁਤਾ ਕੁਝ ਹੈ ਤੇ ਦੂਜੇ ਕੋਲ ਹੈ ਨਹੀਂ ਤੇ ਉਹਨੂੰ ਤਾਨੇ ਦੇਵੇਗਾ। ਇਸ ਲਈ ਮਹਾਰਾਜ ਕਹਿੰਦੇ ਨੂੰ ਹਰ ਚੀਜ਼ ਦਾ ਹੰਕਾਰ ਹੈ ਤੇ ਜਿਹਨੂੰ ਆਪਣੀਆਂ ਵਸਤੂਆਂ ਦਾ ਪਦਾਰਥਾਂ ਦਾ ਮਾਣ ਹੋਵੇ ਤੇ ਉਹਨੇ ਹੰਕਾਰ ਵਿੱਚ ਫੁੱਲਿਆ ਰਹਿਣਾ ਹੈ। ਤੇ ਦੇਖ ਕੇ ਬੰਦਾ ਪਹਿਲਾਂ ਜੋੜ ਤਾਂ ਲੈਂਦਾ ਹੈ ਪਰ ਬਾਅਦ ਵਿੱਚ ਹਰ ਰੋਜ਼ ਪਛਤਾਉਣਾ ਪੈਂਦਾ ਹੈ ਕਿ ਕਿਹੜੇ ਹੰਕਾਰੀ ਸਾਡੇ ਪੱਲੇ ਪੈ ਗਏ। ਇਸ ਲਈ ਮਹਾਰਾਜ ਕਹਿੰਦੇ ਜਿਹੜੇ ਸਨਿਮਰ ਹੋਣਗੇ ਨਾ ਉਹ ਸਨਿਮਰ ਦੇ ਨਾਲ ਮਿਲਣਗੇ ਤੇ ਉਹਨਾਂ ਦੇ ਨਾਲ ਹੀ ਫਿਰ ਖੁਸ਼ੀ ਦਾ ਮਾਹੌਲ ਬਣਿਆ ਰਹਿੰਦਾ ਹੈ। ਸਤਿਗੁਰ ਗਿਰਾ ਜੁਆਲ ਸੀ ਨਿਕਸੀ। ਸਤਿਗੁਰੂ ਜੀ ਦੇ ਜਿਹੜੇ ਬਚਨ ਸਨ ਉਹ ਅਗਨੀ ਦੀ ਤਰ੍ਹਾਂ ਪ੍ਰਗਟ ਹੋਏ ਨੇ। ਸਫਲ ਸਤੇਜ ਪ੍ਰਕਾਸ਼ ਵਿਸ਼ਾਲ। ਸਫਲ ਤੇਜ ਪ੍ਰਕਾਸ਼ ਵਿਸ਼ਾਲ, ਜਿਹੜੇ ਬਹੁਤ ਤੇਜ ਪ੍ਰਤਾਪ ਦੇ ਸਹਿਤ ਸਨ, ਜਿਨ੍ਹਾਂ ਦੇ ਵਿੱਚ ਬਹੁਤ ਪ੍ਰਕਾਸ਼ ਸੀ। ਨਰ ਨਾਰਨ ਕੋ ਹਰਖ ਸੋ ਕਾਨਣਾ। ਸਾਰੀਆਂ ਮਨੁੱਖ ਅਤੇ ਇਸਤਰੀਆਂ ਇਹਨਾਂ ਦੀ ਖੁਸ਼ੀ ਮਾਨੋ ਕਾਨਨ ਜੰਗਲ ਦੀ ਤਰ੍ਹਾਂ ਹੈ, ਵਣ ਦੀ ਤਰ੍ਹਾਂ ਹੈ। ਸੁਣਤ ਦਿਓ ਇੱਕ ਛਿਨ ਮਹਿ ਜਾਲ। ਬਸ ਸੁਣਦੇ ਸਾਰੀ ਇੱਕੋ ਛਿਨ ਦੇ ਵਿੱਚ ਇਹ ਖੁਸ਼ੀ ਰੂਪੀ ਵਣ ਜਿਹੜਾ ਮਨੋਂ ਸੜ ਗਿਆ ਹੋਵੇ। ਸਿੱਖਾਂ ਦੇ ਮਨਾਂ ਦੀ ਖੁਸ਼ੀ ਜਿਹੜੀ ਸੀ ਉਹ ਖੁਸ਼ੀ ਰੂਪੀ ਵਣ ਜੰਗਲ ਦੀ ਤਰ੍ਹਾਂ ਸੀ। ਗੁਰੂ ਸਾਹਿਬ ਜੀ ਦੇ ਜਿਹੜੇ ਬਚਨ ਨਿਕਲੇ ਇਹ ਅਗਨੀ ਦੀ ਤਰ੍ਹਾਂ ਬਚਨ ਹਨ ਤੇ ਇਹਨਾਂ ਵਿੱਚ ਪ੍ਰਤਾਪ ਤਾਂ ਬਹੁਤ ਹੈ। ਮਾਨੋ ਇਹ ਬਚਨ ਸੁਣਦਿਆਂ ਸਿੱਖਾਂ ਦੀ ਖੁਸ਼ੀ ਰੂਪੀ ਵਣ ਸੜ ਗਿਆ ਹੋਵੇ, ਕਿਉਂਕਿ ਚਾਵਾਂ ਦੇ ਨਾਲ ਸਾਰੇ ਆਏ ਸੀ ਇਸ ਸ਼ਗਨ ਦੇ ਵਿੱਚ ਸ਼ਾਮਲ ਹੋਣ। ਪਰ ਇੱਥੇ ਆ ਕੇ ਪਤਾ ਲੱਗਾ ਕਿ ਉਹ ਤਾਂ ਹੰਕਾਰੀ ਚੰਦੂ ਜਿਹੜਾ ਆਪਣੇ ਆਪ ਵਿੱਚ ਚੁਬਾਰਾ ਬਣਿਆ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ। ਹਿਰਦੇ ਬਿਸਮ ਇਹ ਭਈ ਕਹਾਂਗਤ। ਸਿੱਖਾਂ ਦੇ ਮਨਾਂ ਦੇ ਵਿੱਚ ਬੜੀ ਹੈਰਾਨੀ ਹੋਈ ਹੈ ਕਿ ਇਹ ਕੀ ਬਣ ਗਿਆ। ਕਿਆ ਕਰਤੇ ਕਿਆ ਵਰਤੀ ਚਾਲ। ਕੀ ਕਰ ਰਹੇ ਸੀ ਤੇ ਬਣ ਕੀ ਗਿਆ, ਵਰਤ ਕੀ ਗਿਆ ਹੈ। ਕਮਲ ਬਾਟਿਕਾ ਹੁਤੇ ਲਗਾਵਤ। ਅਸੀਂ ਤਾਂ ਫੁੱਲਾਂ ਦੀ ਬਗੀਚੀ ਲਾ ਰਹੇ ਸਾਂ, ਉਤੈ ਕੰਟਕਾ ਥਰੀ ਸਡਾਲ। ਇਹ ਤਾਂ ਕੰਡਿਆਂ ਦੇ ਹੀ ਜਾਲ ਵਿਛ ਗਏ ਹਨ। ਉਗਵਣ ਲਗੀ ਆਨੰਦ ਬੇਲ ਇਹ। ਆਨੰਦ ਦੀ ਵੇਲ ਉਗਣ ਲੱਗੀ ਸੀ। ਇਸ ਗਜ ਤੇ ਮਰਦੀ ਤਤਕਾਲ। ਪਰ ਕਿਸ ਹਾਥੀ ਨੇ ਆ ਕਰਕੇ ਇਸ ਵੇਲ ਨੂੰ ਮਸਲ ਦਿੱਤਾ ਹੈ। ਸਭ ਇਸਤਰਨ ਕੋ ਭਇਓ ਭੰਗ ਮਾਨਾ। ਸਾਰੀਆਂ ਇਸਤਰੀਆਂ ਦਾ ਮਨ ਜਿਹੜਾ ਸੀ ਉਹ ਬਹੁਤ ਦੁਖੀ ਹੋਇਆ। ਤਜ ਗਾਵਣ ਚੈ ਸੁਣਿਓ ਤਾਲ। ਜਿਹੜੀਆਂ ਖੁਸ਼ੀ ਦੇ ਗੀਤ ਗਾ ਰਹੀਆਂ ਸੀ ਉਸ ਵੇਲੇ ਧਿਆਨ ਦੇ ਕਰਕੇ ਸੁਣਨ ਲੱਗੀਆਂ। ਬਾਦਤ ਬਜਤ ਥਿਰੈ ਇੱਕ ਬਾਰੀ। ਜਿਹੜੇ ਖੁਸ਼ੀ ਦੇ ਵਾਜੇ ਵੱਜ ਰਹੇ ਸਨ ਇੱਕੋ ਵਾਰ ਦੇ ਵਿੱਚ ਸਾਰੇ ਬੰਦ ਹੋ ਗਏ ਨੇ। ਕੋ ਬੂਝਤ ਕੋ ਭਾਖਤ ਹਾਲ। ਕੋਈ ਪੁੱਛਦਾ ਹੈ ਤੇ ਕੋਈ ਹਾਲ ਦੱਸਦਾ ਹੈ। ਸ਼ਾਹੋ ਦੀਵਾਨ ਦਰਪ ਕੋ ਉਰ ਧਰ। ਤੇ ਜਿਹੜਾ ਬਾਦਸ਼ਾਹ ਦਾ ਦੀਵਾਨ ਚੰਦੂ ਹੈ ਉਹਨੇ ਬਹੁਤਾ ਹੰਕਾਰ ਜਿਹੜਾ ਧਨ ਦਾ ਧਾਰਿਆ ਹੈ। ਗੁਰ ਲਗ ਕਹਿ ਨਿਜ ਬਣਿਓ ਵਿਸਾਲ। ਤੇ ਗੁਰੂ ਸਾਹਿਬ ਜੀ ਨੂੰ ਛੋਟਾ ਗੁਰੂ ਘਰ ਨੂੰ ਦੱਸ ਕੇ ਤੇ ਆਪ ਵੱਡਾ ਬਣਿਆ ਹੈ। ਅਬ ਸੁਧ ਪਾਏ ਬਿਰਖ ਗੁਰ ਹੋਏ। ਤੇ ਹੁਣ ਸਤਿਗੁਰੂ ਜੀ ਨੂੰ ਇਹ ਖਬਰ ਮਿਲੀ ਹੈ ਤੇ ਸਤਿਗੁਰੂ ਜੀ ਉਹਦੇ ਤੋਂ ਬਹੁਤ ਨਾਰਾਜ਼ ਹੋਏ ਨੇ। ਹਾਂਜੀ। ਨਹ ਨਾਤਾ ਤੇ ਸੁਤਾ ਮਨੰਤ। ਤੇ ਸਤਿਗੁਰੂ ਜੀ ਨੇ ਜਿਹੜਾ ਨਾਤਾ ਹੈ ਇਸ ਹੰਕਾਰੀ ਦੀ ਧੀ ਦਾ ਉਹ ਨਹੀਂ ਮੰਨਿਆ। ਰਹੇ ਬੈਠ ਲਾਗੀ ਚਿਤ ਚਿੰਤਾ। ਜਿਹੜੇ ਲਾਗੀ ਸਨ ਉਹ ਕੋਲ ਬੈਠੇ ਸੀ, ਚਿੱਤ ਵਿੱਚ ਬੜੀ ਚਿੰਤਾ ਸੀ। ਇਮਕ ਸੂਤ ਵਰਤਿਓ ਦੁਖਵੰਤ। ਹਾਂ ਇਹ ਤਾਂ ਦੁਖਦਾਈ ਜਿਹੜਾ ਸਮਾਂ ਹੈ ਬਣ ਗਿਆ ਹੈ। ਜਿਸਮੇ ਨਰ ਨਾਰੀ ਤਜ ਹਰਖਣ। ਮਨੁੱਖ ਇਸਤਰੀ ਸਾਰੇ ਹੀ ਖੁਸ਼ੀ ਨੂੰ ਛੱਡ ਕੇ ਬੜੇ ਹੈਰਾਨ ਹੋਏ ਨੇ। ਚੰਦੂ ਕੋ ਸਭ ਖੋਟ ਭਨੰਤ। ਤੇ ਸਾਰੇ ਹੀ ਚੰਦੂ ਨੂੰ ਪਾਪੀ ਨੂੰ ਉਹਦੇ ਵਿੱਚ ਖੋਟ ਜਾਣਦੇ ਹਨ। ਕਾਰਨ ਕਰਨ ਗੁਰੂ ਸਮਰਥੰ। ਕਿ ਸਤਿਗੁਰੂ ਜੀ ਤਾਂ ਸਾਰੇ ਕਾਰਨਾਂ ਨੂੰ ਕਰਨ ਵਾਲੇ ਨੇ, ਸਮਰੱਥ ਹਨ। ਇਨਕੀ ਸਮਤਾ ਕੁਤੋ ਚਾਹੰਤ। ਤੇ ਸਤਿਗੁਰੂ ਜੀ ਦੀ ਬਰਾਬਰੀ ਜਿਹੜਾ ਹੈ ਉਹ ਹੰਕਾਰੀ ਕਿਸ ਤਰ੍ਹਾਂ ਚਾਹੁੰਦਾ ਹੈ। ਸਾਰੇ ਚੰਦੂ ਦੇ ਵਿੱਚ ਦੋਸ਼ ਦੇਖਦੇ ਨੇ, ਕਿਉਂਕਿ ਗੁਰੂ ਘਰ
ਇੱਥੇ ਤਾਂ ਮਹਾਰਾਜ ਜੀ ਨੇ ਇਹ ਜਿਹੜੇ ਬ੍ਰਾਹਮਣ ਤੇ ਲਾਗੀ ਆਏ ਇਹਨਾਂ ਨੂੰ ਸਨਮਾਨ ਦਿੱਤਾ ਹੈ, ਬੜੇ ਪਿਆਰ ਨਾਲ ਕੋਲ ਬਿਠਾਇਆ। ਪਰ ਗੁਰੂ ਸਾਹਿਬ ਜੀ ਨੇ ਸਭ ਤੋਂ ਵੱਧ ਮਾਣ ਦਿੱਤਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਨੂੰ। ਤੇ ਜੇ ਸੰਗਤ ਨੇ ਕਹਿ ਦਿੱਤਾ ਤੇ ਫਿਰ ਗੁਰੂ ਸਾਹਿਬ ਜੀ ਨੇ ਬਚਨ ਨਹੀਂ ਮੰਨਿਆ। ਇਹ ਸਤਿਗੁਰੂ ਗੁਰੂ ਘਰ ਦਾ ਜਿਹੜਾ ਹੈ ਨੇਮ ਹੈ। ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸਿੱਧਾ ਨੇ ਸਵਾਲ ਕੀਤਾ, ਕਹਿਣ ਲੱਗੇ ਤੁਹਾਡੇ ਕੋਲ ਕਰਾਮਾਤ ਕਿਹੜੀ? ਤੇ ਮਹਾਰਾਜ ਕਹਿੰਦੇ ਹਨ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਸ ਲਈ ਸੰਗਤ ਨੂੰ ਇਹਨਾਂ ਮਾਣ ਸਤਿਗੁਰੂ ਆਪ ਦਿੰਦੇ ਨੇ। ਤੇ ਸਾਰਿਆਂ ਨੇ ਦੇਖਿਆ ਕਿ ਦੋਸ਼ ਤਾਂ ਚੰਦੂ ਵਿੱਚ ਹੈ, ਹੰਕਾਰੀ ਗੁਰੂ ਘਰ ਦੀ ਬਰਾਬਰੀ ਇਹ ਕਿਸ ਤਰ੍ਹਾਂ ਕਰ ਸਕਦਾ ਹੈ? ਗਰਭ ਕਹਾਂ ਇਨ ਆਗੈ ਤਿਸ ਕੋ। ਗੁਰੂ ਘਰ ਦੇ ਅੱਗੇ ਚੰਦੂ ਦੇ ਕੋਲ ਕਿਹੜਾ ਧਨ ਹੈ? ਅੱਜ ਸਰਕਾਰਾਂ ਪਾਸ ਧਨ ਬਹੁਤ ਹੋ ਸਕਦਾ ਹੈ ਦਿਖਾਵੇ ਦਾ, ਪਰ ਜਿੱਥੇ ਲੋੜ ਪੈਂਦੀ ਹੈ ਉੱਥੇ ਗੁਰੂ ਘਰ ਦੀਆਂ ਗੋਲਕਾਂ ਵਿੱਚੋਂ ਹੀ ਜਿਹੜਾ ਖਜ਼ਾਨਾ ਜਾਂਦਾ ਹੈ ਲੋਕਾਂ ਦੇ ਪੇਟ ਦੀ ਪੂਰਤੀ ਕਰਨ ਵਾਸਤੇ, ਉਹਨਾਂ ਦੇ ਘਰਾਂ ਨੂੰ ਆਬਾਦ ਕਰਨ ਵਾਸਤੇ। ਭਾਵੇਂ ਜਿੰਨਾ ਮਰਜ਼ੀ ਇਹ ਲੋਕ ਕਹਿਣ ਜੀ ਗੁਰੂ ਘਰਾਂ ਦੇ ਵਿੱਚ ਪੈਸਾ ਚੜਾਉਣਾ ਬੰਦ ਕਰੋ, ਪਰ ਜੇ ਫਿਰ ਆਪ ਕਿਸੇ ਦੀ ਸਾਰ ਲਈ ਹੋਵੇ ਤੇ ਫੇਰ ਹੀ ਹੈ ਨਾ। ਪਰ ਆਪ ਕਿਸੇ ਦੀ ਆ ਕੇ ਸਾਰ ਨਹੀਂ ਲੈਣੀ। ਤੇ ਗੁਰੂ ਘਰ ਦੀ ਜਿਹੜੀ ਗੋਲਕ ਹੈ ਉਹਦੇ ਉੱਤੇ ਹਮੇਸ਼ਾ ਧਿਆਨ ਰੱਖਣਾ। ਇਹ ਸੰਗਤ ਕਹਿੰਦੀ ਹੈ ਕਿ ਗੁਰੂ ਘਰ ਦੇ ਧਨ ਦੇ ਅੱਗੇ ਚੰਦੂ ਦਾ ਧਨ ਕੀ ਹੈ? ਕਿਸ ਧਨ ਦਾ ਇਹ ਮਾਣ ਕਰ ਰਿਹਾ ਹੈ? ਕਹੇ ਬਾਕ ਸੁਖ ਦੁਖ ਨਰ ਪਾਏ। ਤੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਨਾਲ ਹੀ ਜੀਵ ਜਿਹੜੇ ਨੇ ਉਹ ਸੁਖ ਦੁੱਖ ਪਾਉਂਦੇ ਹਨ। ਪਾਤਸ਼ਾਹ ਕੋ ਰੰਗ ਕਰ ਹੈ ਦਰੁੱਤ। ਇਹ ਤਾਂ ਇੱਕ ਛਿਨ ਦੇ ਵਿੱਚ ਪਾਤਸ਼ਾਹ ਨੂੰ, ਰਾਜੇ ਨੂੰ ਰੰਕ ਕਰ ਸਕਦੇ ਨੇ। ਜਦੋਂ ਪਾਤਸ਼ਾਹੀਆਂ ਮਿਲਦੀਆਂ ਨੇ ਨਾ, ਉਦੋਂ ਬੰਦੇ ਨੂੰ ਪਾਤਸ਼ਾਹੀ ਮਿਲਣ ਤੇ ਬਹੁਤ ਮਾਣ ਹੁੰਦਾ ਏ, ਕਿਉਂਕਿ ਹਿਰਦਾ ਜਿਉਂ ਅਹੁਦਾ ਮਿਲਿਆ ਹੰਕਾਰ ਨਾਲ ਭਰ ਜਾਂਦਾ ਹੈ। ਜਿੰਨਾ ਚਿਰ ਨਹੀਂ ਸੀ ਕੁਝ, ਉਦੋਂ ਆਮ ਲੋਕਾਂ ਦਾ, ਜਨਤਾ ਦਾ ਬਣ ਕੇ ਰਹਿਣ, ਪਰ ਜਦੋਂ ਕੁਝ ਮਿਲ ਜਾਣਾ ਤੇ ਫਿਰ ਹੰਕਾਰ ਭਰੇ ਬੋਲ ਬੋਲਣੇ, ਕਿਉਂਕਿ ਇਹ ਅਹੁਦੇ ਚੀਜ਼ ਹੀ ਐਸੀ ਹੁੰਦੀ ਹੈ, ਸਿਰ ਚੜ੍ਹ ਹੰਕਾਰ ਬੰਦੇ ਦੇ ਬੋਲਦਾ ਹੈ। ਤੇ ਪਰ ਗੁਰੂ ਸਾਹਿਬ ਦਾ ਤੇ ਘਰ ਐਸਾ ਹੈ ਨਾ, ਇਹ ਤਾਂ ਛਿਨ ਮੈਂ ਰਾਉ ਰੰਕ ਕੋ ਕਰਈ ਰਾਉ ਰੰਕ ਕਰ ਡਾਰੇ। ਇੱਕ ਛਿਨ ਦੇ ਵਿੱਚ ਜੇ ਕੋਈ ਰਾਜਾ ਮਾਣ ਕਰੇ ਕਿ ਮੈਂ ਬਹੁਤ ਵੱਡਾ ਰਾਜਾ, ਤੇ ਫਿਰ ਇੱਥੇ ਹਰ ਜੀਵ ਹੰਕਾਰ ਨਾ ਭਾਵੇ। ਕੁਝ ਸਮਾਂ ਹੀ ਲੱਗਦਾ, ਫਿਰ ਸਮੇਂ ਤੋਂ ਬਾਅਦ ਉਹੀ ਬੰਦਾ ਫਿਰ ਭਿਖਾਰੀਆਂ ਵਾਂਗੂ ਠੋਕਰਾ ਖਾਂਦਾ ਦਿਸਦਾ ਹੈ। ਤੇ ਜੇ ਕੋਈ ਭਿਖਾਰੀ ਚੱਲ ਕੇ ਆ ਗਿਆ ਨਿਮਾਣਾ ਬਣ ਕੇ, ਜਿਸ ਤਰ੍ਹਾਂ ਗੁਰੂ ਹਰਿ ਸਾਹਿਬ ਦੇ ਦਰਬਾਰ 'ਚ ਆਏ ਸੀ, ਕਾਲੇ ਦੇ ਭਤੀਜੇ ਪੇਟ ਵਜਾਉਂਦੇ ਸੀ ਤੇ ਮਹਾਰਾਜ ਨੇ ਨਾਭੇ ਪਟਿਆਲੇ ਦੇ ਰਾਜੇ ਕਰ ਦਿੱਤੇ। ਇਹ ਗੁਰੂ ਘਰ ਦਾ, ਮਹਾਰਾਜ ਜੀ ਦੇ ਦਰ ਦਾ ਪ੍ਰਤਾਪ ਹੈ। ਇੱਕ ਛਿਨ ਦੇ ਵਿੱਚ ਪਾਤਸ਼ਾਹ ਨੂੰ ਰੰਕ ਕਰ ਦਿੰਦੇ ਹਨ। ਰੰਕ ਸ਼ਾਹ ਕੀ ਪਦਵੀ ਪਾਈ। ਤੇ ਜਿਹੜਾ ਰੰਕ ਕੰਗਾਲ ਹੈ ਉਹਨੂੰ ਬਾਦਸ਼ਾਹ ਦੀ ਪਦਵੀ ਦੇ ਦਿੰਦੇ ਨੇ। ਜਗਤ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਸਮੇਂ ਬਗਦਾਦ ਗਏ, ਭਾਈ ਗੁਰਦਾਸ ਜੀ ਵੀ ਲਿਖਦੇ ਨੇ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ, ਇੱਕ ਬਾਬਾ ਕਾਲ ਰੂਪ ਦੂਜਾ ਰਬਾਬੀ ਮਰਦਾਨਾ। ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਮਹਾਨ ਪ੍ਰਤਾਪ ਦੇਖ ਕੇ ਦਸਤਗੀਰ ਪੀਰ ਨੇ ਕੁਝ ਸਵਾਲ ਗੁਰੂ ਨਾਨਕ ਸਾਹਿਬ ਜੀ ਨੂੰ ਕੀਤੇ ਸੀ। ਸਭ ਤੋਂ ਪਹਿਲਾ ਸਵਾਲ ਉਹਨੇ ਕੀਤਾ ਕਿ ਇੱਕ ਤੋਂ ਪਹਿਲਾਂ ਕੀ ਸੀ? ਦੂਜਾ ਸਵਾਲ ਕੀਤਾ, ਉਹ ਪਰਮਾਤਮਾ ਰਹਿੰਦਾ ਕਿੱਥੇ ਹੈ? ਉਹ ਖੁਦਾ ਰਹਿੰਦਾ ਕਿੱਥੇ ਹੈ ਜਿਹਦੀ ਗੱਲ ਤੁਸੀਂ ਦੱਸ ਰਹੇ ਹੋ? ਖੁਦਾ ਦੇ ਬੰਦੇ ਹੋ ਤੇ ਫਿਰ ਇਹ ਗੱਲ ਸਾਨੂੰ ਸਮਝਾਓ, ਸ਼ੰਕਾ ਦੂਰ ਕਰੋ। ਤੀਜਾ ਪ੍ਰਸ਼ਨ ਉਹਨਾਂ ਨੇ ਕੀਤਾ ਹੈ ਕਿ ਉਹ ਕੁਝ ਕਰਦਾ ਵੀ ਹੈ ਕਿ ਵਿਹਲਾ ਹੀ ਰਹਿੰਦਾ ਹੈ? ਪਹਿਲੇ ਸਵਾਲ ਦਾ ਉੱਤਰ ਮਹਾਰਾਜ ਨੇ ਇਸ ਤਰ੍ਹਾਂ ਦਿੱਤਾ। ਸਤਿਗੁਰੂ ਕਹਿਣ ਲੱਗੇ ਕਿ ਇੱਕ ਜਿਹੜੀ ਪਰਾਤ ਹੈ ਉਹ ਹੀਰਿਆਂ ਦੀ ਮੰਗਾ, ਤੇਰੇ ਪਾਸ ਜੋ ਜਵਾਹਰਾਤ ਨੇ, ਬਹੁਤ ਖਜ਼ਾਨਾ ਹੈ। ਤੇ ਸੋਚਣ ਲੱਗਾ ਦਸਤਗੀਰ ਕਿ ਉੱਤੋਂ ਤਾਂ ਤਿਆਗੀ ਨੇ, ਹਿਰਦੇ ਵਿੱਚ ਹੋ ਸਕਦਾ ਲੋਭ ਹੋਵੇ, ਤਾਈਓ ਇਹ ਰਤਨਾਂ ਦੀ ਮੰਗ ਕਰ ਰਹੇ ਨੇ। ਪਰ ਉਹ ਰਾਜਾ ਸੀ ਦਸਤਗੀਰ, ਉਹਨੇ ਮੰਗਵਾ ਦਿੱਤਾ। ਸਤਿਗੁਰੂ ਕਹਿਣ ਲੱਗੇ ਸਾਨੂੰ ਨਹੀਂ ਚਾਹੀਦਾ, ਇਹਨੂੰ ਅੱਗੇ ਰੱਖ ਕੇ ਇਹਦੀ ਗਿਣਤੀ ਕਰ। ਕਹਿਣ ਲੱਗਾ ਅਜੀਬ ਇਹ ਉੱਤਰ ਦੇ ਰਹੇ ਹੋ। ਮਹਾਰਾਜ ਕਹਿਣ ਲੱਗੇ ਤੇਰਾ ਸਵਾਲ ਹੀ ਅਜੀਬ ਹੈ, ਇਹਦਾ ਉੱਤਰ ਤੈਨੂੰ ਇਸੇ ਤਰ੍ਹਾਂ ਹੀ ਦੇਵਾਂਗੇ। ਇਹਨੇ ਗਿਣਤੀ ਸ਼ੁਰੂ ਕੀਤੀ, ਕਹਿੰਦਾ 1 2 3। ਸਤਿਗੁਰਾਂ ਨੇ ਰੋਕਿਆ, ਮਹਾਰਾਜ ਕਹਿੰਦੇ ਗਿਣਤੀ ਸਹੀ ਤਰ੍ਹਾਂ ਕਰ। ਫਿਰ ਗਿਣਨ ਲੱਗਾ 1 2। ਮਹਾਰਾਜ ਨੇ ਕਿਹਾ ਨਹੀਂ, ਗਲਤੀ ਹੈ। ਫਿਰ ਕਹਿਣ ਲੱਗਾ ਜਦੋਂ ਮੈਂ ਸ਼ੁਰੂ ਜਿੱਥੇ ਗਲਤ ਹੋਵਾਂਗਾ ਉੱਥੇ ਰੋਕ ਦੇਣਾ। ਜਦੋਂ ਕਹਿਣ ਲੱਗਾ 1, ਮਹਾਰਾਜ ਕਹਿੰਦੇ ਇੱਥੇ ਤੂੰ ਗਲਤ ਹੈ। ਉਹ ਕਹਿਣ ਲੱਗਾ 1 ਤੇ ਗਲਤ ਕਿਸ ਤਰ੍ਹਾਂ? ਸਤਿਗੁਰੂ ਜੀ ਕਹਿੰਦੇ 1 ਤੋਂ ਪਹਿਲਾਂ ਦੀ ਗਿਣਤੀ ਦੱਸ। ਉਹ ਕਹਿਣ ਲੱਗਾ 1 ਤੋਂ ਪਹਿਲਾਂ ਤੇ ਗਿਣਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਉਹ ਤੇਰੇ ਸਵਾਲ ਦਾ ਉੱਤਰ ਹੈ, 1 ਤੋਂ ਪਹਿਲਾਂ ਗਿਣਤੀ ਨਹੀਂ ਹੁੰਦੀ ਤੇ ਫਿਰ ਇੱਕ ਪ੍ਰਮਾਤਮਾ ਤੋਂ ਬਿਨਾਂ ਉਸ ਤੋਂ ਪਹਿਲਾਂ ਵੀ ਹੋਰ ਕੁਝ ਨਹੀਂ। 1 ਤੋਂ ਹੀ ਸਾਰਾ ਇਹ ਪਸਾਰਾ ਹੈ। ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰਿਆਓ।
ਦੂਜਾ ਸਵਾਲ ਕਹਿਣ ਲੱਗਾ ਉਹ ਰਹਿੰਦਾ ਕਿੱਥੇ ਹੈ? ਮਹਾਰਾਜ ਨੇ ਦੁੱਧ ਦਾ ਕਟੋਰਾ ਮੰਗਵਾਇਆ। ਸੋਚਣ ਲੱਗਾ ਹਿੰਦ ਦੇ ਪੀਰ ਆਏ ਨੇ, ਭੁੱਖ ਲੱਗੀ ਹੋਣੀ, ਸੁਣਿਆ ਕਿ ਹਿੰਦ ਦੇ ਪੀਰ ਦੁੱਧ ਬੜੇ ਸ਼ੌਂਕ ਨਾਲ ਪੀਂਦੇ ਨੇ, ਲਿਆ ਕੇ ਦਿਓ। ਬਗਦਾਦੀਆਂ ਨੇ ਪੱਥਰ ਤਾਂ ਮਾਰੇ ਨੇ ਪਰ ਇਹਨਾਂ ਨੂੰ ਛਕਾਇਆ ਕੁਝ ਨਹੀਂ। ਜਦੋਂ ਦੁੱਧ ਦਾ ਪਿਆਲਾ ਅੱਗੇ ਆ ਰਿਹਾ ਤੇ ਕਹਿੰਦਾ ਛਕੋ। ਮਹਾਰਾਜ ਕਹਿੰਦੇ ਛਕਣਾ ਨਹੀਂ, ਤੇਰੇ ਪ੍ਰਸ਼ਨ ਦਾ ਉੱਤਰ ਦੇਣਾ ਹੈ। ਕਹਿਣ ਲੱਗਾ ਇਹ ਕਿਸ ਤਰ੍ਹਾਂ ਦਾ ਉੱਤਰ? ਮਹਾਰਾਜ ਕਹਿੰਦੇ ਦੱਸ ਦੁੱਧ ਵਿੱਚ ਕੀ ਹੈ? ਕਹਿਣ ਲੱਗਾ ਇਹ ਬਿਲਕੁਲ ਦੁੱਧ ਹੈ। ਦੁੱਧ ਵਿੱਚ ਕੀ? ਦੁੱਧ ਤਾਂ ਦੁੱਧ ਹੀ ਹੈ। ਮਹਾਰਾਜ ਕਹਿੰਦੇ ਨੇ ਇਸ ਵਿੱਚ ਕੁਝ ਹੈ? ਕਹਿਣ ਲੱਗਾ ਨਹੀਂ, ਬਿਲਕੁਲ ਇਹ ਸ਼ੁੱਧ ਦੁੱਧ ਹੈ। ਫਿਰ ਮਹਾਰਾਜ ਕਹਿੰਦੇ ਨੇ ਵਿੱਚ ਕੁਝ ਹੈ? ਕਹਿਣ ਲੱਗਾ ਤੁਸੀਂ ਦੱਸੋ। ਮਹਾਰਾਜ ਕਹਿੰਦੇ ਇਸ ਦੁੱਧ ਦੇ ਵਿੱਚ ਘਿਓ ਹੈ। ਕਹਿਣ ਲੱਗਾ ਹਾਂ ਉਹ ਤਾਂ ਹੈ, ਪਰ ਮਹਾਰਾਜ ਕਹਿੰਦੇ ਉਹ ਯਤਨ ਕੀਤਿਆਂ ਉਹਦੀ ਪ੍ਰਾਪਤੀ ਹੁੰਦੀ। ਇਸੇ ਤਰ੍ਹਾਂ ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀ। ਜਿਸ ਤਰ੍ਹਾਂ ਹਰੇਕ ਦੁੱਧ ਵਿੱਚ ਘਿਓ ਹੈ, ਇਸੇ ਤਰ੍ਹਾਂ ਹਰੇਕ ਜੀਵ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ। ਯਤਨ ਕਰਨ ਤੇ ਹੀ ਘਿਓ ਦੀ ਪ੍ਰਾਪਤੀ ਹੁੰਦੀ, ਮੱਖਣ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਯਤਨ ਕੀਤੇ ਉਹ ਪ੍ਰਮਾਤਮਾ ਵਾਹਿਗੁਰੂ ਜੀ ਦੀ ਜੋਤ ਦਿਸਦੀ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ, ਗੁਰਮਤੀ ਰੰਗ ਮਾਣ। ਕਹਿਣ ਲੱਗਾ ਇਹ ਮੇਰੀ ਤਸੱਲੀ ਹੋ ਗਈ। ਹੁਣ ਤੀਜੇ ਸਵਾਲ ਦਾ ਵੀ ਜਵਾਬ ਤੁਸੀਂ ਮੈਨੂੰ ਦੇ ਦਿਓ। ਬੜਾ ਪ੍ਰਸੰਨ ਹੋਇਆ। ਕਹਿਣ ਲੱਗਾ ਪੀਰ ਤਾਂ ਬੜੇ ਮਿਲੇ ਪਰ ਮੇਰੀ ਕਿਸੇ ਨੇ ਤਸੱਲੀ ਨਹੀਂ ਸੀ ਕਰਾਈ, ਮੇਰੇ ਕਿਸੇ ਨੇ ਪ੍ਰਸ਼ਨਾਂ ਦਾ ਉੱਤਰ ਹੀ ਨਹੀਂ ਸੀ ਦਿੱਤਾ। ਉਸ ਵੇਲੇ ਮਹਾਰਾਜ ਕਹਿਣ ਲੱਗੇ ਸਾਰੇ ਪ੍ਰਸ਼ਨ ਮੈਨੂੰ ਇੱਥੇ ਖੜਾ ਕਰਕੇ ਪੁੱਛੇਗਾ। ਜੇ ਕਿਸੇ ਨੂੰ ਕੁਝ ਪੁੱਛੀਏ ਨਾ ਤੇ ਉਹ ਗੁਰੂ ਹੁੰਦਾ ਹੈ, ਉਹਨੂੰ ਮਾਣ ਸਤਿਕਾਰ ਦਈਦਾ। ਛੇਤੀ ਨਾਲ ਉੱਠਿਆ ਸਿੰਘਾਸਨ ਤੋਂ, ਤੇ ਸਿੰਘਾਸਨ ਤੋਂ ਉੱਠ ਕੇ ਉਹਨੇ ਆਪਣੇ ਸਿੰਘਾਸਨ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ, ਕਹਿੰਦਾ ਇੱਥੇ ਬਰਾਜੋ, ਇੱਥੇ ਬੈਠੋ। ਆਪ ਥੱਲੇ ਖਲੋ ਗਿਆ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੁਝ ਸਮੇਂ ਚੁੱਪ ਹੋਏ, ਨੇਤਰ ਬੰਦ ਕੀਤੇ, ਇਹ ਵੀ ਸਾਹਮਣੇ ਖਲੋਤਾ ਰਿਹਾ। ਮਹਾਰਾਜ ਨੇ ਨੇਤਰ ਪ੍ਰਕਾਸ਼ ਕੀਤੇ। ਕਹਿਣ ਲੱਗਾ ਮੇਰੇ ਤੀਜੇ ਸਵਾਲ ਦਾ ਤੇ ਜਵਾਬ ਦਿਓ। ਮਹਾਰਾਜ ਕਹਿੰਦੇ ਪੁੱਛ। ਕਹਿਣ ਲੱਗਾ ਤੀਜਾ ਸਵਾਲ ਸੀ ਉਹ ਪ੍ਰਮਾਤਮਾ ਕੁਝ ਕਰਦਾ ਵੀ ਹੈ ਖੁਦਾ ਕਿ ਵਿਹਲਾ ਹੀ ਰਹਿੰਦਾ ਹੈ? ਮਹਾਰਾਜ ਕਹਿੰਦੇ ਬਸ ਉਹ ਇਹੋ ਕਰਦਾ ਹੈ। ਕਹਿਣ ਲੱਗਾ ਕੀ? ਕਹਿੰਦੇ ਇੱਕ ਛਿੰਦ ਦੇ ਵਿੱਚ ਥੱਲੇ ਖਲੋਤੇ ਹੋਏ ਨੂੰ ਸਿੰਘਾਸਨ ਤੇ ਬਿਠਾ ਦਿੰਦਾ ਹੈ ਤੇ ਸਿੰਘਾਸਨ ਤੇ ਬੈਠੇ ਨੂੰ ਇੱਕ ਛਿੰਦ ਦੇ ਵਿੱਚ ਥੱਲੇ ਲਾ ਕੇ ਰੱਖ ਦਿੰਦਾ। ਛਿਨ ਮੈਂ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੇ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ। ਮਹਾਰਾਜ ਕਹਿਣ ਲੱਗੇ ਕਿ ਜਿਹੜਾ ਗੁਰੂ ਘਰ ਦਾ ਪ੍ਰਤਾਪ ਹੈ, ਸਿੱਖ ਕਹਿੰਦੇ ਹਨ ਇਹ ਇੰਨਾ ਮਹਾਨ ਹੈ ਕਿ ਮਹਾਰਾਜ ਦੀ ਬਰਾਬਰੀ ਜਿਹੜੀ ਉਹ ਚੰਦੂ ਕਿਸ ਤਰ੍ਹਾਂ ਕਰ ਸਕਦਾ ਹੈ, ਕਿਉਂਕਿ ਇਹ ਤਾਂ ਇੱਕ ਛਿਨ ਦੇ ਵਿੱਚ ਪਾਤਸ਼ਾਹ ਨੂੰ ਰੰਕ ਕਰ ਸਕਦੇ ਨੇ, ਤੇ ਜਿਹੜਾ ਰੰਕ ਚੱਲ ਕੇ ਆਵੇ ਗਰੀਬੜਾ ਜਿਹਾ ਉਹਨੂੰ ਇੱਕ ਛਿਨ ਵਿੱਚ ਪਾਤਸ਼ਾਹੀਆਂ ਬਖਸ਼ ਦਿੰਦੇ ਹਨ। ਅਜਮਤ ਅਜਰ ਜਰੇ ਉਰੇ ਅੰਤਰ, ਪਰ ਇਹ ਅਜਮਤਾਂ ਨੂੰ ਜਰਦੇ ਹਨ। ਇਹਨਾਂ ਨੇ ਅਜਮਤਾਂ ਨੂੰ ਅੰਦਰ ਜਰਿਆ ਹੈ। ਨਹ ਕਾਹੂ ਸਿਉ ਕਰਹਿ ਲਖਾਈ, ਪਰ ਇਹ ਆਪਣੀਆਂ ਅਜਮਤਾਂ ਕਰਾਮਾਤਾਂ ਕਿਸੇ ਨੂੰ ਨਹੀਂ ਦਿਖਾਉਂਦੇ। ਜਿਨ ਕੋ ਸੇਵਕ ਸਕਲ ਸਕਤ ਜੁਤ, ਜਿਨ੍ਹਾਂ ਦੀ ਸੇਵਾ ਸਾਰੇ ਕਰਦੇ ਨੇ ਇਹ ਸਾਰੀਆਂ ਸ਼ਕਤੀਆਂ ਦੇ ਸਹਿਤ ਹਨ। ਜਿਮ ਚਾਹੈ ਤਿਮ ਲੇਤ ਬਨਾਈ, ਜਿਸ ਤਰ੍ਹਾਂ ਇਹ ਚਾਹੁਣ ਸਤਿਗੁਰੂ ਕਰ ਸਕਦੇ ਹਨ। ਸ੍ਰੀ ਨਾਨਕ ਕੋ ਮਹਾ ਪ੍ਰਤਾਪ ਜੋ, ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਵੱਡਾ ਪ੍ਰਤਾਪ ਹੈ। ਸੂਰਜ ਸਮ ਜਗ ਵਿਦਤ ਪ੍ਰਕਾਸ਼, ਸੂਰਜ ਦੇ ਸਮਾਨ ਇਹ ਗੁਰੂ ਘਰ ਦਾ ਪ੍ਰਤਾਪ ਜਗਤ ਵਿੱਚ ਪ੍ਰਗਟ ਹੈ। ਚੰਦੂ ਪੇਚਕ ਸੋ ਨਹਿ ਜਾਣਿਓ, ਜਿਹੜਾ ਚੰਦੂ ਹੈ ਉਹ ਤਾਂ ਉੱਲੂ ਦੀ ਤਰ੍ਹਾਂ ਹੈ, ਤੇ ਉੱਲੂ ਦੇ ਸਾਹਮਣੇ ਕਦੇ ਸੂਰਜ ਚੜਿਆ ਹੀ ਨਹੀਂ। ਉਹ ਕਹਿੰਦਾ ਸੂਰਜ ਹੁੰਦਾ ਹੀ ਨਹੀਂ। ਕਿਉਂ? ਜਦੋਂ ਸੂਰਜ ਚੜ੍ਹਦਾ ਹੈ ਤੇ ਉੱਲੂ ਅੰਨਾ ਹੋ ਜਾਂਦਾ ਹੈ, ਉਹਨੂੰ ਦਿਸਦਾ ਹੀ ਨਹੀਂ। ਇਸੇ ਤਰ੍ਹਾਂ ਜਿਹੜੇ ਨਿੰਦਕ ਨੇ ਉਹ ਗੁਰੂ ਦਾ ਪ੍ਰਤਾਪ ਨਹੀਂ ਜਾਣ ਸਕਦੇ, ਕਿਉਂਕਿ ਉਹ ਤਾਂ ਉੱਲੂ ਦੀ ਤਰ੍ਹਾਂ ਨੇ, ਤੇ ਗੁਰੂ ਦੇ ਪ੍ਰਤਾਪ ਨੂੰ ਕੀ ਸਮਝਣਗੇ? ਗੁਰੂ ਘਰ ਦਾ ਪ੍ਰਤਾਪ ਸੂਰਜ ਦੀ ਤਰ੍ਹਾਂ ਹੈ, ਤੇ ਚੰਦੂ ਜਿਹੜਾ ਨਿੰਦਕ ਹੈ ਉਹ ਉੱਲੂ ਦੀ ਤਰ੍ਹਾਂ ਹੈ। ਬੁੱਧ ਬਿਲੋਚਨ ਮੰਦ ਮਹਾਸੋ, ਬੁੱਧੀ ਰੂਪੀ ਜਿਹੜੇ ਨੇਤਰ ਹਨ ਉਹ ਉਸ ਦੇ ਬਿਲਕੁਲ ਬੰਦ ਹਨ। ਨਿਸਮੈ ਚਮਕ ਜੀਗਣਾ ਜੈਸੇ, ਤੇ ਫਿਰ ਚੰਦੂ ਵਿੱਚ ਤਾਂ ਚਮਕ ਇੰਨੀ ਕੈ ਜਿਸ ਤਰ੍ਹਾਂ ਜੁਗਨੂ ਵਿੱਚ ਟਟਹਿਣੇ ਵਿੱਚ ਚਮਕ ਹੁੰਦੀ ਹੈ। ਰਵ ਕੋ ਨਿੰਦਰੈ ਤਰਹਿ ਹੁਲਾਸ, ਫਿਰ ਬਹੁਤਾ ਖੁਸ਼ ਹੋ ਕੇ ਕਿਹਨੂੰ ਨਿੰਦਰਿਆ? ਸੂਰਜ ਨੂੰ। ਤੇ ਸੂਰਜ ਸਾਹਮਣੇ ਲੱਖਾਂ ਟਟਹਿਣੇ ਇਕੱਠੇ ਹੋ ਜਾਣ ਤੇ ਸਾਰੇ ਟਟਹਿਣੇ ਜੁਗਨੂ ਇਕੱਠੇ ਹੋ ਕੇ ਕਹਿਣ ਕਿ ਸੂਰਜ ਦੇ ਪ੍ਰਕਾਸ਼ ਨੂੰ ਘਟਾ ਦਈਏ। ਜੰਮ ਦੁਬਾਰਾ ਜੰਮਣ ਫਿਰ ਵੀ ਸੂਰਜ ਦੇ ਪ੍ਰਕਾਸ਼ ਨੂੰ ਕਦੇ ਫਰਕ ਨਹੀਂ ਪਾ ਸਕਦੇ। ਗੁਰੂ ਘਰ ਦਾ ਪ੍ਰਤਾਪ, ਗੁਰੂ ਅਰਜਨ ਦੇਵ ਸਾਹਿਬ ਦਾ ਪ੍ਰਤਾਪ ਤੇ ਹੈ ਸੂਰਜ ਦੀ ਤਰ੍ਹਾਂ, ਤੇ ਚੰਦੂ ਜਿਹੜਾ ਹੈ
ਉਹ ਆਪਣਾ ਤੇਜ ਹੈ ਉਹ ਜੁਗਨੂ ਦੀ ਤਰ੍ਹਾਂ ਰੱਖ ਕੇ ਬੜਾ ਖੁਸ਼ ਹੋ ਰਿਹਾ ਹੈ। ਐਸੇ ਜਾਣ ਪਰੈ ਸੋ ਮੂਰਖ, ਇਸ ਤਰ੍ਹਾਂ ਜਿਹੜਾ ਮੂਰਖ ਹੈ ਉਹ ਗੁਰੂ ਦੇ ਪ੍ਰਤਾਪ ਨੂੰ ਕੀ ਜਾਣੇਗਾ। ਚਾਹਿਸ ਆਪਣੋ ਕਰਿਓ ਬਿਨਾਸ਼, ਇਹ ਤਾਂ ਆਪਣਾ ਹੀ ਨਾਸ਼ ਕਰਾਉਣਾ ਚਾਹੁੰਦਾ ਹੈ। ਇਮ ਚਰਚਾ ਲੋਕਨ ਮਹਿ ਬਿਥਰੀ, ਇਸ ਤਰ੍ਹਾਂ ਸੰਗਤ ਵਿੱਚ ਜਿਹੜੀ ਚਰਚਾ ਸੀ ਉਹ ਹੋਣ ਲੱਗੀ ਹੈ। ਦਿਜ ਦਾਗੀ ਨੇ ਕਹਿਓ ਸੁਨਾਏ, ਤੇ ਜਿਹੜਾ ਲਾਗੀ ਕੋਲ ਬੈਠਾ ਸੀ ਉਹ ਕਹਿਣ ਲੱਗਾ, ਸ੍ਰੀ ਗੁਰੂ ਤਜੋ ਕ੍ਰੋਧ ਤੁਮ ਸਿਆਣੇ, ਕਹਿੰਦਾ ਮਹਾਰਾਜ ਤੁਸੀਂ ਸਿਆਣੇ ਹੋ ਤੇ ਗੁੱਸਾ ਛੱਡ ਦਓ ਨਾ ਕਰੋ। ਜਿਸ ਕੀ ਸੁਤਾ ਆਪ ਕੇ ਆਏ, ਜਿਸ ਦੀ ਧੀ ਤੁਹਾਡੇ ਘਰ ਆਵੇਗੀ, ਕਹਾਂ ਹੰਕਾਰ ਕਰਹਿ ਗੋ ਤੁਮ ਸੋ, ਫਿਰ ਮਹਾਰਾਜ ਉਹ ਤੁਹਾਡੇ ਅੱਗੇ ਕੀ ਹੰਕਾਰ ਕਰਨਗੇ। ਕਰ ਜੋਰੇ ਅਰ ਸੀਸ ਨਿਵਾਏ, ਤੁਹਾਡੇ ਅੱਗੇ ਸਿਰ ਨਵਾਉਣਗੇ, ਹੱਥ ਜੋੜਨਗੇ। ਖਿਮਾ ਕਰਾਵੈ ਊਚੇ ਜਾਣੈ, ਮਹਾਰਾਜ ਤੁਹਾਨੂੰ ਉੱਚਾ ਜਾਣ ਕੇ ਤੇ ਉਹਨਾਂ ਕੋਲੋਂ ਮਾਫੀ ਮੰਗਵਾਵਾਂਗੇ। ਪਿਤਾ ਸੁਤਾ ਕੋ ਇਮ ਬਣ ਆਏ, ਕਿਉਂਕਿ ਪਿਤਾ ਦੇ ਧੀ ਦੇ ਪਿਤਾ ਨੂੰ ਇਸੇ ਤਰ੍ਹਾਂ ਹੀ ਬਣ ਆਉਂਦਾ ਹੈ। ਤੇ ਜੇ ਉਹਦੇ ਤੋਂ ਕੋਈ ਗਲਤੀ ਹੋਈ ਹੈ ਤੇ ਤੁਹਾਨੂੰ ਉੱਚਾ ਜਾਣ ਕੇ ਉਹਨਾਂ ਕੋਲੋਂ ਮੁਆਫੀ ਮੰਗਾਵਾਂਗੇ। ਕਿਤੋਂ ਬੜੋ ਹੋਏ ਤਣੀਆਂ ਪਿਤ ਜੋ, ਭਾਵੇਂ ਕਿੰਨਾ ਵੀ ਵੱਡਾ ਹੋਵੇ ਧੀ ਦਾ ਪਿਤਾ, ਨਮਰ ਹੋਣ ਹੀ ਜਦ ਕਦ ਜਾਣ, ਪਰ ਸਾਰਾ ਜਗਤ ਜਾਣਦਾ ਹੈ ਕਿ ਲੜਕੇ ਪਰਿਵਾਰ ਅੱਗੇ ਨਿਮਰਤਾ ਨਾਲ ਹੀ ਰਹਿੰਦਾ ਹੈ। ਨਰ ਰੰਕਣ ਕੇ ਕਹੇ ਨ ਹਟਿਏ, ਮਹਾਰਾਜਾ ਇਹ ਲੋਕਾਂ ਦੇ ਕਿਆ ਹੋਇਆ ਤੁਸੀਂ ਰਿਸ਼ਤਾ ਨਾ ਛੱਡੋ। ਨਾਤਾ ਲਿਹੋ ਬੜੇ ਸੋ ਥਾਨ, ਆਪ ਜੀ ਇਹ ਰਿਸ਼ਤਾ ਲੈ ਲਓ ਕਿਉਂਕਿ ਬਹੁਤ ਵੱਡੇ ਘਰ ਦਾ ਇਹ ਰਿਸ਼ਤਾ ਹੈ। ਲక్ష్ਮੀ ਆਏ ਕਿਵਾਰ ਨ ਦੀਜਾ, ਤੁਹਾਡੇ ਘਰ ਆਪ ਲక్ష్ਮੀ ਚੱਲ ਕੇ ਆ ਰਹੀ ਹੈ ਤੇ ਤੁਸੀਂ ਕਿਉਂ ਦਰਵਾਜ਼ੇ ਬੰਦ ਕਰ ਰਹੇ ਹੋ। ਹਿਰਦੇ ਆਨੰਦ ਤਰ ਲਿਹੋ ਸਨਮਾਨ, ਮਹਾਰਾਜ ਤੁਸੀਂ ਹਿਰਦੇ ਵਿੱਚ ਆਨੰਦ ਧਾਰੋ ਤੇ ਸਨਮਾਨ ਲੈ ਲਓ। ਸ਼ਾਹ ਦੀਵਾਨ ਮਹਾਨ ਧਨੀ ਸੋ, ਵੇਖੋ ਬਾਦਸ਼ਾਹ ਦਾ ਦੀਵਾਨ ਹੈ ਚੰਦੂ ਤੇ ਬਹੁਤ ਧਨੀ ਹੈ, ਬੜਾ ਧਨਾੜ ਪੁਰਸ਼ ਹੈ। ਉੱਤਮ ਜਾਤ ਇਤੇ ਗੁਣ ਖਾਮਾਨ, ਤੇ ਇੰਨੇ ਗੁਣ ਉਸ ਵਿੱਚ ਹਨ। ਉਹਦੀ ਜਾਤੀ ਵੀ ਉੱਤਮ ਹੈ, ਖੱਤਰੀਆਂ ਵਿੱਚੋਂ ਉੱਤਮ ਹੈ, ਬਹੁਤਾ ਧਨੀ ਹੈ। ਬਾਦਸ਼ਾਹ ਦਾ ਜਹਾਂਗੀਰ ਦਾ ਉਹ ਦੀਵਾਨ ਹੈ। ਸ੍ਰੀ ਅਰਜਨ ਕੈ ਤਿਸਕੇ ਧਨ ਤੇ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸ਼੍ਰੀ ਅਰਜਨ ਕਹਿ। ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤਿਸ ਕੇ ਧਨ ਤੇ, ਇਸ ਦੇ ਧਨ ਤੋਂ ਹਮ ਨਹਿ ਧਨੀ ਬਣੈ ਕਿਸ ਭਾਏ, ਅਸੀਂ ਕਿਸੇ ਤਰ੍ਹਾਂ ਧਨੀ ਨਹੀਂ ਬਣਨਾ ਚਾਹੁੰਦੇ। ਅਸੀਂ ਇਹਦੇ ਧਨ ਤੋਂ ਲੈਣਾ ਕੀ ਹੈ, ਕਿਉਂਕਿ ਇਹ ਜਿਹੜੀ ਮਾਇਆ ਹੈ ਇਹ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਰਤੇ ਦੀ ਖੇਡ ਹੈ। ਇਹ ਸਦਾ ਤੇ ਰਹਿਣ ਵਾਲੀ ਹੈ ਨਹੀਂ, ਪਰ ਬੰਦਾ ਜਿਹੜਾ ਹੈ ਉਹ ਇਹਦੇ ਪਿੱਛੇ ਲੱਗ ਕਰਕੇ ਧਰਮ ਦੇ ਕਰਮ ਸਾਰੇ ਹੀ ਭੁਲਾ ਬੈਠਦਾ ਹੈ। ਪਰ ਗੁਰੂ ਸਾਹਿਬ ਦੇ ਬਚਨ ਨੇ ਕਿ ਨਹੀਂ ਨਾ ਕੀ ਇਹ ਕਾਜ ਮਾਇਆ ਪੂਰੇ, ਬੰਦਾ ਸੋਚਦਾ ਹੋ ਸਕਦਾ ਇਹਦੇ ਨਾਲ ਕੰਮ ਪੂਰੇ ਹੋ ਜਾਣਗੇ, ਠੀਕ ਹੈ ਗੁਜਰਾਨ ਹੈ, ਪਰ ਸਾਰੇ ਕੰਮਾਂ ਨੂੰ ਸਵਾਰਨ ਵਾਲੀ ਇਕੱਲੀ ਮਾਇਆ ਹੀ ਨਹੀਂ, ਇਹ ਗੁਰੂ ਦੀ ਬਰਕਤ ਵਰਤੇ ਤਾਂ ਫਿਰ ਹੀ ਸਫਲੀ ਹੁੰਦੀ ਹੈ। ਇਸ ਲਈ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਧਨ ਦੀ ਤੁਸੀਂ ਗੱਲ ਕਰ ਰਹੇ ਹੋ, ਇਸ ਧਨ ਦੇ ਨਾਲ ਅਸੀਂ ਧਨੀ ਨਹੀਂ ਹੋਣਾ। ਚੰਦੂ ਕੇ ਸਮ ਹੋਏ ਜੋ ਲਾਹੇ, ਹਾਂ ਜਿਹੜਾ ਚੰਦੂ ਦੇ ਸਮਾਨ ਉਹਦੇ ਵਰਗਾ ਹੋਵੇਗਾ ਉਹ ਉਹਦਾ ਰਿਸ਼ਤਾ ਹੈ ਜਿਹੜਾ ਲੈ ਲਵੇ। ਉਹ ਜੋ ਜਗ ਮੈਂ ਦਿਹੋ ਪਠਾਈ, ਜਾਓ ਆਪਣੇ ਸੇਵਕ ਭੇਜੋ, ਤੁਹਾਡੇ ਕੋਲ ਬੜੇ ਸੇਵਕ ਨੇ, ਚੇਲੇ ਨੇ, ਉਹਨਾਂ ਨੂੰ ਸੰਸਾਰ ਜਗਤ ਵਿੱਚ ਭੇਜੋ, ਦੇਸ਼ ਵਿੱਚ ਭੇਜੋ ਤੇ ਰਿਸ਼ਤਾ ਲੱਭ ਲਓ। ਹਮਹਿ ਗਰੀਬ ਆਨ ਕੋ ਮਿਲਹਿ, ਸਾਨੂੰ ਕੋਈ ਗਰੀਬ ਸਿੱਖ ਆ ਕੇ ਮਿਲੇ ਜਿਸ ਮੈਂ ਹੋਏ ਨਾ ਗਰਭ ਬੁਲਾਏ, ਜਿਸ ਦੇ ਅੰਦਰ ਆ ਗਰਭ ਹੰਕਾਰ ਰੂਪੀ ਬਲਾ ਨਾ ਹੋਵੇ। ਤੇ ਇਹ ਬਲਾ ਹੀ ਹੈ ਜਿਹੜੀ ਹੰਕਾਰ ਦੀ, ਇਹ ਤਾਂ ਚੰਗੇ ਚੰਗੇ ਬੰਦਿਆਂ ਨੂੰ ਜਿਹੜਾ ਹੈ ਉਹ ਉਹਨਾਂ ਦੀ ਸੁਰਤ ਭੁਲਾ ਦਿੰਦੀ ਹੈ, ਬੁੱਧੀ ਰੂਪੀ ਨੇਤਰਾਂ ਨੂੰ ਅੰਨਾ ਕਰ ਦਿੰਦੀ ਹੈ। ਸਤਿਗੁਰੂ ਜੀ ਕਹਿੰਦੇ ਅਸੀਂ ਤਾਂ ਉੱਥੇ ਰਿਸ਼ਤਾ ਕਰਾਂਗੇ ਜਿਹਦੇ ਅੰਦਰ ਇਹ ਹੰਕਾਰ ਰੂਪੀ ਬਲਾ ਨਹੀਂ ਹੋਵੇਗੀ। ਮਿਲ ਸੁਖ ਪਾਵੈ ਨਿਤਿ ਹਰ ਖਾਵੈ, ਅਸੀਂ ਉਹਨਾਂ ਨਾਲ ਮਿਲ ਕੇ ਸੁਖ ਪਾਵਾਂਗੇ, ਸਦਾ ਖੁਸ਼ ਰਹਾਂਗੇ। ਜਹ ਹੰਕਾਰ ਨਹੀਂ ਦੁਖਦਾਈ, ਜਿੱਥੇ ਦੁਖਦਾਈ ਹੰਕਾਰ ਨਹੀਂ ਦਿਖੇਗਾ ਸਾਨੂੰ। ਦੋਹਰਾ ਸਤਿਗੁਰ ਕੋ ਰੁਖ ਦੇਖ ਕੈ, ਸਤਿਗੁਰੂ ਜੀ ਦਾ ਰੁਖ ਦੇਖ ਕੇ ਸਭ ਸੰਗਤ ਭਈ ਮੌਨ, ਸਾਰੀ ਸੰਗਤ ਜਿਹੜੀ ਸੀ ਮੌਨ ਹੋ ਗਈ, ਚੁੱਪ ਹੋ ਗਈ। ਸਾਕਤ ਸੁਤਾ ਨਾ ਲੇਹੇਂਗੇ, ਸਾਰਿਆਂ ਨੂੰ ਪਤਾ ਸੀ ਕਿ ਇਸ ਸਾਕਤ ਦਾ, ਪਾਪੀ ਦਾ, ਇਹਦੀ ਧੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਪ੍ਰਵਾਨ ਨਹੀਂ ਕਰਨਾ। ਨਾ ਸ਼ਰਧਾ ਗੁਰ ਭਾਉਣ, ਕਿਉਂਕਿ ਇਹਦੇ ਅੰਦਰ ਤਾਂ ਸ਼ਰਧਾ ਹੈ ਨਹੀਂ ਚੰਦੂ ਦੇ, ਤੇ ਇਸ ਕਰਕੇ ਜਿਹਦੇ ਅੰਦਰ ਸ਼ਰਧਾ ਨਹੀਂ ਉਹ ਗੁਰੂ ਘਰ ਮਾਣ ਸਤਕਾਰ ਨਹੀਂ ਲੈ ਸਕਦਾ। ਇੱਥੇ ਤਾਂ ਜਿਹੜਾ ਨਿਮਾਣਾ ਬਣ ਕੇ ਆਵੇ ਉਹਨੂੰ ਗੁਰੂ ਸਾਹਿਬ ਜੀ ਮਾਣ ਦਿੰਦੇ ਨੇ। ਇਹ ਜਾਣ ਕੇ ਸਾਰੀ ਸੰਗਤ ਚੁੱਪ ਹੋ ਗਈ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤ ਦਾ ਰੁਖ ਦੇਖਿਆ ਤੇ ਮਹਾਰਾਜ ਨੇ ਕਿਹਾ ਨਾਰਾਜ਼ ਨਾ ਹੋਵੋ। ਕੋਈ ਉੱਠੇ ਗਰੀਬ ਸਿੱਖ, ਨਿਮਾਣਾ ਸਿੱਖ, ਤੇ ਉੱਠ ਕੇ ਆਪਣੀ ਧੀ ਦਾ ਰਿਸ਼ਤਾ ਜਿਹੜਾ ਉਹ ਹਾਜ਼ਰ ਕਰੇ, ਅਸੀਂ ਉਹਨੂੰ ਪ੍ਰਵਾਨ ਕਰਾਂਗੇ। ਫਿਰ ਇੱਕੋ ਸਮੇਂ ਦੋ ਸਿੱਖ ਉੱਠਦੇ ਨੇ ਤੇ ਉਸ ਵੇਲੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਉਹਨਾਂ ਬੇਨਤੀਆਂ ਕੀਤੀਆਂ। ਵੱਡੇ ਭਾਈ ਪਾਰੋ ਜੀ ਦੀ ਅੰਸ਼ ਵਿੱਚੋਂ ਬਾਬਾ ਨਾਰਾਇਣ ਦਾਸ ਜੀ
ਅਤੀ ਸਨਮਾਨਯੋਗ ਮਾਤਾ ਦਮੋਦਰੀ ਜੀ ਦੇ ਪਿਤਾ ਜੀ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਉੱਠ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਭਰੀ ਸੰਗਤ ਦੇ ਇਕੱਠ ਵਿੱਚ ਦੋ ਸਗਾਈਆਂ ਜਿਹੜੀਆਂ ਸੀ ਉਹ ਇਕੱਠੀਆਂ ਹੋਈਆਂ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ, ਅਰਦਾਸ ਕਰੀਏ ਗੁਰੂ ਚਰਨਾਂ ਵਿੱਚ। ਜੋ ਉਪਦੇਸ਼ ਗੁਰੂ ਸਾਹਿਬ ਜੀ ਦਾ ਆਪਾਂ ਸਰਵਣ ਕਰਦੇ ਹਾਂ, ਦਿੱਤਾ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਇਹਨਾਂ ਬਚਨਾਂ ਦੀ ਕਮਾਈ ਕਰ ਸਕੀਏ। ਤੇ ਸਭ ਤੋਂ ਵੱਡੀ ਬਲਾ ਹੈ, ਜੀਵਨ ਨੂੰ ਬਰਬਾਦ ਕਰਨ ਵਾਲੀ ਉਹ ਹੰਕਾਰ ਹੈ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਈਂ। ਨਾਮ ਅਤੇ ਹਉਮੈ ਇੱਕ ਥਾਂ ਨਹੀਂ ਵਸਦੇ। ਜਿੱਥੇ ਹਉਮੈ ਹੈ ਉੱਥੇ ਗੁਰੂ ਦਾ ਉਪਦੇਸ਼ ਘਰ ਨਹੀਂ ਕਰਦਾ। ਜਿੱਥੇ ਗੁਰੂ ਦਾ ਉਪਦੇਸ਼ ਘਰ ਕਰ ਜਾਵੇ ਉੱਥੇ ਫਿਰ ਹਉਮੈ ਰੂਪੀ ਬਲਾ ਹਮੇਸ਼ਾ ਲਈ ਚਲੀ ਜਾਂਦੀ। ਇਸ ਲਈ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀਆਂ ਕਰੀਏ, ਮਹਾਰਾਜ ਕਿਰਪਾ ਕਰੋ ਕਿ ਇਹਨਾਂ ਵਕਾਰਾਂ ਤੋਂ ਬਚਾਓ ਤੇ ਨਾਮ ਦੀ ਕਮਾਈ ਕਰੀਏ। ਤੁਹਾਡਾ ਦਿੱਤਾ ਉਪਦੇਸ਼ ਕਮਾਈਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਦੋ ਪੰਕਤੀਆਂ ਖੀਲੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਸਤਿਗੁਰ ਕੋ ਰੁਖ ਦੇਖ ਕੈ ਸਭ ਸੰਗਤ ਭਈ ਮੌਨ, ਸਾਖਤ ਸੁਤਾ ਨ ਲੇਹੇਂਗੇ ਨਹਿ ਸ਼ਰਦਾ ਗੁਰ ਭਾਉਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।